ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਅਸੀਂ ਜਿਸ ਵਿਸ਼ੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਿਆ। ਸੀਬੀਐਸਈ ਨੇ ਮੁੱਖ ਵਿਸ਼ਿਆਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਇੱਕ ਪਾਸੇ ਕੀਤਾ ਤਾਂ ਉਹਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਪੰਜਾਬੀ ਪ੍ਰੇਮੀ ਨੇ, ਪੰਜਾਬੀ ਹਿਤੈਸ਼ੀ ਨੇ, ਬੜੇ ਤਰ੍ਹਾਂ ਦੇ ਸਵਾਲ ਖੜੇ ਹੋਏ। ਸੀਬੀਐਸਈ ਨੇ ਆਪਣੀ ਸਫਾਈ ਵੀ ਦਿੱਤੀ ਹੈ। ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਰਕਾਰ ਪੰਜਾਬ ਦੇ ਵਿੱਚ ਪੰਜਾਬੀ ਦਾ ਜੇ ਸੀਬੀਐਸਈ ਦੇ ਸਕੂਲਾਂ ਨੂੰ ਜਾਂ ਸੀਬੀਐਸਈ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਪੰਜਾਬ ਬੋਰਡ ਦੇ ਵਿੱਚ ਕਿੱਦਾਂ ਦਾ ਹਾਲ ਹੈ, ਹੋਰ ਥਾਵਾਂ ਦੇ ਉੱਤੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਹਾਲ ਹੈ। ਨਾਲੋਂ ਨਾਲ ਗੱਲ ਸਾਡੀ ਆਪਣੀ ਵੀ ਹੋਏਗੀ, ਸਾਡੇ ਆਪਣੇ ਘਰਾਂ ਦੇ ਵਿੱਚ ਪੰਜਾਬੀ ਦਾ ਕੀ ਹਾਲ ਹੈ। ਜੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ ਉੱਥੇ ਅਸੀਂ ਪੰਜਾਬੀ ਦੇ ਪ੍ਰਤੀ ਕਿੰਨੇ ਕੁ ਸੁਹਿਰਦਤਾ ਦੇ ਨਾਲ ਕੰਮ ਕਰ ਰਹੇ ਹਾਂ, ਇਹ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਪੰਜਾਬੀ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਤੇ ਪ੍ਰੋਫੈਸਰ ਜੋਗਾ ਸਿੰਘ ਮੌਜੂਦ ਨੇ, ਡਾਕਟਰ ਜੋਗਾ ਸਿੰਘ ਵਿਰਕ ਮੌਜੂਦ ਨੇ। ਅਸੀਂ ਇਸ ਉੱਤੇ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਧੰਨਵਾਦ ਸੁਖਿੰਦਰ ਜੀ ਔਰ ਸਾਰੇ ਤਖਤ ਪੰਜਾਬ ਦੇ ਵੇਖਣ ਵਾਲਿਆਂ ਸੁਣਨ ਵਾਲਿਆਂ ਮੇਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਸੀਬੀਐਸਈ ਨੇ ਜਿਹੜਾ ਮੁੱਖ ਵਿਸ਼ਿਆਂ ਵਿੱਚੋਂ ਪੰਜਾਬੀ ਨੂੰ ਸਾਈਡ ਤੇ ਕੀਤਾ, ਉਹ ਕਹਿੰਦੇ ਅਸੀਂ ਤਕਰੀਬਨ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਨਾਲ ਇਸ ਤਰ੍ਹਾਂ ਕੀਤਾ, ਜਦਕਿ ਹਿੰਦੀ ਬਾਰੇ ਜੇ ਗੱਲ ਉਹਨੂੰ ਰਾਸ਼ਟਰ ਦੀ ਭਾਸ਼ਾ ਕਿਹਾ ਜਾਂਦਾ ਆ। ਤੁਹਾਡਾ ਇਸ ਬਾਰੇ ਕੀ ਮੰਨਣਾ ਹੈ? ਪਹਿਲਾਂ ਇਸ ਉੱਤੇ ਥੋੜਾ ਜਿਹਾ ਕਲੀਅਰ ਕਰੀਏ, ਅਸੀਂ ਫਿਰ ਨਾਲੋਂ ਨਾਲ ਬਾਕੀ ਗੱਲ ਹੋਏਗੀ। ਜਿਹੜਾ ਸੀਬੀਐਸਈ ਦਾ ਆਪਣਾ ਜਵਾਬ ਹੈ ਉਹ ਵੀ ਇਹਦੇ ਵਿੱਚ ਕਲੀਅਰ ਕਰ ਦਿਓ। ਹਾਂਜੀ, ਵੇਖੋ ਸੀਬੀਐਸਈ ਨੇ ਜਿਹੜਾ ਜਵਾਬ ਦਿੱਤਾ ਇਸ ਮਾਮਲੇ ਬਾਰੇ ਇਹ ਹੈ ਕਿ ਇਹ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਗੌਣ ਵਿਸ਼ੇ, ਮਾਈਨਰ ਵਿਸ਼ੇ ਕਿਹਾ ਹੈ ਵੀ ਇਹ ਸੌਖੇ ਨੇ ਔਰ ਇਹਨਾਂ ਲਈ ਵਿਦਿਆਰਥੀਆਂ ਨੂੰ ਬਹੁਤੀ ਤਿਆਰੀ ਨਹੀਂ ਕਰਨੀ ਪੈਂਦੀ ਔਰ ਗਿਣਤੀ ਘੱਟ ਹੈ ਵਿਦਿਆਰਥੀਆਂ ਦੀ ਇਹਨਾਂ ਦੇ ਇੱਕ ਵਿਸ਼ੇ ਲਈ। ਇਸ ਕਰਕੇ ਅਸੀਂ ਜਿਹੜੇ ਨੇ ਔਖੇ ਵਿਸ਼ੇ ਔਰ ਜਿਨ੍ਹਾਂ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਉਹਨਾਂ ਨੂੰ ਅਸੀਂ ਮੇਜਰ ਜਿਹੜਾ ਹੈ ਜਾਂ ਮੁੱਖ ਵਿਸ਼ੇ ਵਜੋਂ ਰੱਖ ਕੇ ਤੇ ਬਾਅਦ ਵਿੱਚ ਰੱਖਿਆ। ਹੁਣ ਸਵਾਲ ਇਹ ਵੇਖ ਕੇ ਜੇ ਮੰਨ ਵੀ ਲਿਆ ਜਾਏ ਅੰਗਰੇਜ਼ੀ ਜਾਂ ਹਿੰਦੀ ਜਾਂ ਇਹਨਾਂ ਦੀ ਗਿਣਤੀ ਜ਼ਿਆਦਾ ਹੈ, ਪਰ ਜਿਹੜੇ ਦੂਜੇ ਵਿਸ਼ੇ ਨੇ ਤੁਹਾਨੂੰ ਪਤਾ 11ਵੀਂ ਤੇ 12ਵੀਂ ਦੇ ਵਿੱਚ ਜਿਹੜਾ +2 ਦਾ ਆ ਉਹਦੇ 'ਚ ਕਈ ਤਰ੍ਹਾਵਾਂ ਨੇ। ਉਹਦੇ 'ਚ ਕਮਰਸ ਵਾਲੇ ਵੀ ਨੇ, ਉਹਦੇ 'ਚ ਸਾਇੰਸ ਵਾਲੇ, ਮੈਡੀਕਲ ਵਾਲੇ ਵੀ ਨੇ, ਨਾਨ ਮੈਡੀਕਲ, ਸਾਰੀ ਤਰ੍ਹਾਂ ਦੇ। ਤਾਂ ਸਾਰਿਆਂ ਦੇ ਵਿੱਚ ਵਿਦਿਆਰਥੀ ਵੰਡੇ ਜਾਂਦੇ ਨੇ। ਦੂਜੀ ਗੱਲ ਇਹ ਵੇ ਕਿ ਜਿਹੜੇ ਸ਼ਬਦ ਨੇ ਇਹ ਬਹੁਤ ਮਹੱਤਵਪੂਰਨ ਨੇ, ਮੇਜਰ ਤੇ ਮਾਈਨਰ। ਇਹ ਮੇਜਰ ਤੇ ਮਾਈਨਰ ਇਕੱਲੇ ਸ਼ਬਦ ਨਹੀਂ ਹਨ, ਇਹਨਾਂ ਦੇ ਪਿੱਛੇ ਇਹ ਮਾਨਸਿਕਤਾ ਲੁਕੀ ਹੋਈ ਹੈ ਕਿ ਇਹਨਾਂ ਦੂਜੇ ਵਿਸ਼ਿਆਂ ਨੂੰ ਅਸੀਂ ਵਾਧੂ ਜੇ ਬਹੁਤੇ ਮਹੱਤਤਾ ਨਹੀਂ ਦਿੰਦੇ ਔਰ ਜਿਹੜੇ ਮੇਜਰ ਨੇ ਬਹੁਤ ਮਹੱਤਤਾ ਵਾਲੇ ਵਿਸ਼ੇ ਨੇ। ਸੋ ਮੈਂ ਗੱਲ ਅਸਲ 'ਚ ਇੱਥੋਂ ਸ਼ੁਰੂ ਕਰਨੀ ਚਾਹਾਂਗਾ ਕਿ ਪਹਿਲੀ ਗੱਲ ਤੇ ਜਿਹੜਾ ਸਾਡਾ ਕੇਂਦਰੀ ਬੋਰਡ ਹੈ ਸੀਬੀਐਸਈ, ਇਹਦਾ ਹੀ ਕੋਈ ਆਧਾਰ ਨਹੀਂ ਹੈ। ਇਹ ਗੈਰ ਭਾਰਤੀ ਹੈ। ਮੈਂ ਕਿਉਂ ਕਹਿ ਰਿਹਾ ਵੀ ਇਹ ਅਣ ਭਾਰਤੀ ਔਰ ਗੈਰ ਭਾਰਤੀ ਹੈ, ਕਈ ਕਾਰਨ ਨੇ। ਸਾਰੀ ਗੱਲਬਾਤ ਤੋਂ ਬਾਅਦ ਤੁਹਾਨੂੰ ਸ਼ਾਇਦ ਇਹ ਗੱਲ ਮੇਰੀ ਠੀਕ ਲੱਗੇਗੀ ਕਿ ਇਹ ਗੈਰ ਭਾਰਤੀ ਬੋਰਡ ਹੈ। ਪਹਿਲੀ ਗੱਲ ਤੇ ਇਹ ਵੇਖ ਕੇ ਜਦੋਂ ਸਾਡਾ ਸੰਵਿਧਾਨ ਬਣਿਆ, ਅਸੀਂ ਆਜ਼ਾਦ ਹੋਏ, ਇੱਕ ਸੰਵਿਧਾਨ ਬਣਾਇਆ, ਤਾਂ ਉਹਦੇ ਵਿੱਚ ਸਿੱਖਿਆ ਦਾ ਜਿਹੜਾ ਖੇਤਰ ਸੀ ਉਹ ਰਾਜਾਂ ਦੀ ਸੂਚੀ 'ਚ ਰੱਖਿਆ ਗਿਆ ਸੀ ਔਰ ਇਹ ਸਹਿਮਤੀ ਸੀ ਸਾਰੇ ਆਜ਼ਾਦੀ ਘੁਲਾਟੀਆਂ ਦੀ, ਉਹ ਸਾਡੇ ਜਿਹੜੇ ਆਗੂ ਸਨ ਔਰ ਇੱਕ ਤਰ੍ਹਾਂ ਕਹਿ ਲਓ ਲੋਕਾਂ ਦੀ ਸਹਿਮਤੀ ਸੀ। ਤਾਂ ਉਹ ਸਹਿਮਤੀ ਸੀ ਕਿ ਰਾਜ ਸਿੱਖਿਆ ਜਿਹੜੀ ਹੈ ਰਾਜਾਂ ਦੇ ਖੇਤਰ 'ਚ ਹੋਏਗੀ ਔਰ ਇਹਦੇ ਬਾਰੇ ਕੇਂਦਰ ਜਿਹੜੀ ਸੰਘ ਸਰਕਾਰ ਹੈ, ਯੂਨੀਅਨ ਗਵਰਨਮੈਂਟ ਹੈ, ਕੋਈ ਕਾਨੂੰਨ ਨਹੀਂ ਬਣਾ ਸਕੇਗੀ। ਪਰ ਹੌਲੀ ਹੌਲੀ ਗੁੱਝੇ ਢੰਗ ਨਾਲ ਹੁਣ ਉਹ ਨੰਗੇ ਚਿੱਟੇ ਢੰਗ ਦੇ ਨਾਲ ਹੀ ਉਹ ਸਾਰੇ ਖੇਤਰ ਜਿਹੜੇ ਰਾਜਾਂ ਦੇ, ਜਿਵੇਂ ਖੇਤੀ ਵਾਲਾ ਵੀ ਮਸਲਾ ਖੜਾ ਹੋਇਆ, ਤਾਂ ਸਾਰੇ ਖੇਤਰ ਜਿਹੜੇ ਰਾਜਾਂ ਕੋਲ ਸਨ ਉਹ ਹੌਲੀ ਹੌਲੀ ਜਿਹੜੇ ਸੰਘ ਸਰਕਾਰ ਨੇ ਹਥਿਆ ਲਏ ਨੇ। ਉਹ ਜਿਹੜੀ ਸਹਿਮਤੀ ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਔਰ ਸਾਡੇ ਉਹਨਾਂ ਕੁਰਬਾਨੀ ਦੇਣ ਵਾਲਿਆਂ ਨੇ, ਸੰਘਰਸ਼ ਕਰਨ ਵਾਲਿਆਂ ਨੇ ਇੱਕ ਸਹਿਮਤੀ ਬਣਾਈ ਸੀ ਵੀ ਇਸ ਤਰ੍ਹਾਂ ਦਾ ਭਾਰਤ ਜਿਹੜਾ ਹੈ ਇਹ ਭਾਰਤ ਅੱਗੇ ਚੱਲੇਗਾ ਔਰ ਠੀਕ ਚੱਲੇਗਾ, ਉਹ ਸਹਿਮਤੀ ਤੋੜ ਦਿੱਤੀ ਗਈ ਹੈ। ਇਸ ਕਰਕੇ ਸੀਬੀਐਸਈ ਦੀ ਹੋਂਦ ਜਿਹੜੀ ਹੈ ਇਹ ਉਹ ਸਹਿਮਤੀ ਦਾ ਵਿਰੋਧ ਹੈ, ਜਿਹੜੀ ਉਹ ਸਹਿਮਤੀ ਆਜ਼ਾਦੀ ਤੋਂ ਬਾਅਦ ਬਣੀ ਸੀ। ਤੇ ਇਸ ਕਰਕੇ ਪਹਿਲੀ ਗੱਲ ਤੇ ਇਹਨੂੰ ਤਾਂ ਬੰਦ ਹੀ ਕਰਨਾ ਚਾਹੀਦਾ। ਤਾਂ ਇਹ ਤੇ ਇੱਕ ਉਹਦਾ ਰਾਜਸੀ ਪੱਖ ਹੋ ਗਿਆ ਜਾਂ ਭਾਰਤ ਦੀ ਜਿਹੜੀ। ਔਰ ਦੂਜੀ ਗੱਲ ਇਹ ਕਿ ਜਿਹੜੀਆਂ ਨੀਤੀਆਂ ਨੇ, ਜੇ ਇਸ ਗੱਲ ਨੂੰ ਥੋੜਾ ਪਾਸੇ ਵੀ ਰੱਖ ਦਈਏ, ਆ ਜਿਹੜੀ ਗੌਣ ਤੇ ਮੁੱਖ ਵਿਸ਼ੇ ਵਾਲੀ ਮੇਜਰ ਮਾਈਨਰ ਵਾਲੀ ਹੈ, ਤਾਂ ਸੀਬੀਐਸਈ ਦੀਆਂ ਬਾਕੀ ਭਾਸ਼ਾ ਤੇ ਸਿੱਖਿਆ ਨੀਤੀਆਂ ਕੀ ਨੇ, ਜੇ ਉਹਨਾਂ ਤੇ ਝਾਤੀ ਮਾਰੀਏ ਤਾਂ ਸਾਨੂੰ ਸਮਝ ਆ ਜਾਏਗੀ ਕਿ ਇਹ ਜਿਹੜੀ ਵੰਡ ਹੈ ਇਹ ਸੀਬੀਐਸਈ ਜਿਹੜੀਆਂ ਗੱਲਾਂ ਆਖ ਰਿਹਾ ਕਹਿ ਰਿਹਾ ਉਹ ਨਹੀਂ ਹਨ। ਅਸਲ 'ਚ ਉਹਦੇ ਪਿੱਛੇ ਹੋਰ ਮਾਨਸਿਕਤਾ ਕੰਮ ਕਰਦੀ ਹੈ। ਤਾਂ ਸੀਬੀਐਸਈ ਦੀ ਜਿਹੜੀ ਸਿੱਖਿਆ ਨੀਤੀ, ਭਾਸ਼ਾ ਨੀਤੀ ਕੀ ਹੈ, ਵੇਖੋ ਸੀਬੀਐਸਈ ਦੇ ਸਾਰੇ ਸਕੂਲ ਲਗਭਗ, ਕੁਝ ਇੱਕ ਸਕੂਲਾਂ ਨੂੰ ਛੱਡ ਕੇ ਜਿਹੜੇ ਹਿੰਦੀ ਮਾਧਿਅਮ ਨੇ, ਬਾਕੀ ਸਾਰੇ ਸਕੂਲ ਅੰਗਰੇਜ਼ੀ ਮਾਧਿਅਮ ਨੇ। ਇੱਕ ਵੀ ਸੀਬੀਐਸਈ ਦਾ ਪੂਰੇ ਭਾਰਤ ਦੇ ਵਿੱਚ ਸਕੂਲ ਨਹੀਂ
ਜਿਹੜਾ ਮਾਤ ਭਾਸ਼ਾ ਮਾਧਿਅਮ 'ਚ ਹੋਵੇ ਹਿੰਦੀ ਨੂੰ ਛੱਡ ਕੇ। ਚਲੋ ਹਿੰਦੀ ਉਹ ਵੀ ਮਾਤ ਭਾਸ਼ਾ ਮਾਧਿਅਮ ਉੱਥੇ ਹੈ ਜਿੱਥੇ ਹਿੰਦੀ ਭਾਸ਼ਾ ਖੇਤਰ ਹੈ। ਜੇ ਤਮਿਲਨਾਡੂ 'ਚ ਹਿੰਦੀ ਮਾਧਿਅਮ ਜਾਂ ਪੰਜਾਬ 'ਚ ਹਿੰਦੀ ਮਾਧਿਅਮ ਸਕੂਲ ਹੈ ਤਾਂ ਉਹ ਮਾਤ ਭਾਸ਼ਾ ਨਹੀਂ ਹੈ ਨਾ, ਤਾਂ ਕੋਈ ਵੀ ਸਕੂਲ ਮਾਤ ਭਾਸ਼ਾ 'ਚ ਨਹੀਂ ਹੈ। ਤਾਂ ਸਵਾਲ ਹੁਣ ਇਹ ਖੜਾ ਹੁੰਦਾ ਹੈ ਕਿ ਇਹ ਜਿਹੜੀ ਨੀਤੀ ਹੈ ਇਹ ਕਿੰਨੀ ਕੁ ਠੀਕ ਹੈ ਜਾਂ ਕਿੰਨੀ ਕੁ ਗਲਤ ਹੈ। ਜੇ ਰਾਸ਼ਟਰੀ ਗੱਲਾਂ ਜਾਂ ਆਪਾਂ ਜਿਹੜੀਆਂ ਸਾਰੀਆਂ ਜਿਹੜੇ ਕੌਮੀਅਤ ਦੀਆਂ ਗੱਲਾਂ ਇੱਕ ਪਾਸੇ, ਕੌਮਾਂ ਦੇ ਹੱਕਾਂ ਦੀਆਂ ਗੱਲਾਂ ਇੱਕ ਪਾਸੇ ਰੱਖਦੀ ਹੈ, ਤਾਂ ਇਹ ਕਿ ਇੱਕ ਉਸ ਭਾਸ਼ਾ 'ਚ ਪੜ੍ਹਾਉਣਾ, ਵਿਦੇਸ਼ੀ ਭਾਸ਼ਾ 'ਚ ਪੜ੍ਹਾਉਣਾ, ਔਰ ਪਹਿਲੀ ਤੋਂ ਹੀ ਤੁਹਾਨੂੰ ਪਤਾ ਹੈ ਜਿਹੜੀਆਂ ਮੁੱਢਲੀਆਂ ਕਲਾਸਾਂ ਨੇ ਉਹਦੇ ਵਿੱਚ ਦੋ ਭਾਸ਼ਾਵਾਂ ਅੰਗਰੇਜ਼ੀ ਤੇ ਹਿੰਦੀ ਸਾਰੇ CBSE ਦੇ ਸਕੂਲਾਂ 'ਚ ਨੇ, ਔਰ ਤੀਜੀ ਭਾਸ਼ਾ ਵੀ ਕਿਧਰੇ ਪੜ੍ਹਾਈ ਜਾਂਦੀ ਕਿਧਰੇ ਨਹੀਂ ਪੜ੍ਹਾਈ ਜਾਂਦੀ ਦੇਸ਼ ਦੇ ਵਿੱਚ। ਉਹ ਲਿਖਿਆ ਤਾਂ ਹੋਇਆ ਭਾਰਤੀ ਭਾਸ਼ਾ, ਪਰ ਉਹਦੇ ਨਾਲ ਉਹ ਕਈ ਕੁਛ ਕਰਕੇ ਤੇ ਕਿਧਰੇ ਪੜ੍ਹਾਈਆਂ ਹੀ ਨਹੀਂ ਜਾਂਦੀਆਂ। ਇਹ ਹਾਲ ਹੈ, ਬੋਲਣ ਤੱਕ ਨਹੀਂ ਦਿੱਤਾ ਜਾਂਦਾ ਇਹਨਾਂ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਵਿੱਚ, CBSE ਨੇ ਚਾਹੇ ਦੂਜੇ। तो ਜਿਹੜੀ ਇਹ ਨੀਤੀ ਹੈ ਕਿ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਉਣਾ ਇਹ ਕਿੰਨੀ ਕੁ ਠੀਕ ਹੈ, ਪਹਿਲੀ ਗੱਲ ਤਾਂ ਇਹ ਵਿਚਾਰਨ ਵਾਲੀ ਹੈ। ਇਹ ਜਿਹੜੀ ਨੀਤੀ ਹੈ ਅੰਗਰੇਜ਼ੀ 'ਚ ਪੜ੍ਹਾਉਣਾ, ਇਹਨੂੰ ਜੇ ਮਤਲਬ ਇੱਕ ਸ਼ਬਦ 'ਚ ਕਹਿਣਾ ਹੋਵੇ ਤੇ ਇਹ ਅਗਿਆਨਤਾ ਤੇ ਆਧਾਰਿਤ ਨੀਤੀ ਹੈ, ਕੋਰੀ ਅਗਿਆਨਤਾ ਤੇ ਆਧਾਰਿਤ ਨੀਤੀ ਹੈ। ਕੋਈ ਦੁਨੀਆ ਦਾ ਸਿੱਖਿਆ ਮਾਰ, ਕੋਈ ਦੁਨੀਆ ਦੀ ਖੋਜ ਦੇ ਸਿੱਟੇ, ਕੋਈ ਜਿਹੜੇ ਸਾਰੇ ਦੇਸ਼ ਸਫਲ ਦੇਸ਼ ਨੇ ਜਿਹੜੇ ਚੰਗੀ ਪੜ੍ਹਾਈ ਕਰਾਉਂਦੇ ਪਏ ਨੇ, ਉਹਨਾਂ 'ਚੋਂ ਕੋਈ ਇੱਕ ਵੀ ਦੇਸ਼ ਨਹੀਂ ਹੈ ਕਿ ਜਿਹੜਾ ਮਾਤ ਭਾਸ਼ਾ 'ਚ ਨਾ, ਮਾਧਿਅਮ 'ਚ ਨਾ ਪੜ੍ਹਾਉਂਦਾ ਹੋਵੇ ਖਾਲਸਾ ਉੱਚ ਸਕੂਲ ਦੇ ਪਾਠਸ਼ਾਲਾ ਦੇ ਪੱਧਰ ਤੇ। ਔਰ ਜਿਹੜੇ ਖੋਜੀ ਮਾਹਰ ਵੀ ਇਹ ਕਹਿੰਦੇ ਨੇ, ਹੋਰ ਤਾਂ ਹੋਰ ਹੁਣੇ ਪਹਿਲੀ ਵਾਰੀ ਵਿਸ਼ਵ ਬੈਂਕ ਨੇ, ਅੱਜ ਤੱਕ ਭਾਸ਼ਾ ਬਾਰੇ ਕੋਈ ਉਹਨਾਂ ਨੀਤੀ ਨਹੀਂ ਸੀ ਦੱਸੀ, ਪਰ ਹੁਣੇ ਵਿਸ਼ਵ ਬੈਂਕ ਨੇ ਇੱਕ ਆਪਣਾ ਜਿਹਨਾਂ ਨੂੰ ਉਹਨਾਂ ਨੀਤੀ ਸੋਚ ਪੱਤਰ ਰੱਖਿਆ ਉਹ ਜਾਰੀ ਕੀਤਾ ਸਾਰੀ ਦੁਨੀਆ ਨੂੰ, ਭਾਈ ਜਿਹੜਾ ਸਕੂਲਾਂ ਦੇ ਵਿੱਚ ਤੁਸੀਂ ਬੱਚਿਆਂ ਨੂੰ ਮਾਤ ਭਾਸ਼ਾ 'ਚ ਪੜ੍ਹਾਓ। ਬਾਕੀ ਬ੍ਰਿਟਿਸ਼ ਕਾਉਂਸਲ, UNESCO, ਤਾਂ ਜਿਹੜਾ ਅੰਗਰੇਜ਼ੀ ਮਾਧਿਅਮ ਹੈ, ਪਹਿਲੀ ਗੱਲ ਤੇ ਇਹਦੇ ਨਾਲ ਪੜ੍ਹਾਈ ਦਾ ਕਿੰਨਾ ਨੁਕਸਾਨ ਹੁੰਦਾ ਹੈ, ਉਹ ਮੈਂ ਨਾ ਅਕਸਰ ਦੋ ਕਥਨ ਜਿਹੜੇ ਨੇ ਬ੍ਰਿਟਿਸ਼ ਕਾਉਂਸਲ ਦੇ ਜ਼ਰੂਰ ਸਾਂਝੇ ਕਰਦਾ ਹਾਂ। ਬ੍ਰਿਟਿਸ਼ ਕਾਉਂਸਲ ਸੰਸਥਾ ਹੈ ਜਿਹੜੀ ਇੰਗਲੈਂਡ ਦੀ ਸਰਕਾਰੀ ਸੰਸਥਾ ਹੈ, ਜਿਹਦਾ ਕੰਮ ਦੁਨੀਆ ਦੇ ਉੱਤੇ ਅੰਗਰੇਜ਼ੀ ਪੜ੍ਹਾਉਣਾ ਹੈ ਔਰ ਅੰਗਰੇਜ਼ੀ ਪੜ੍ਹਾਉਣ ਦੇ ਵਿੱਚ ਮਦਦ ਕਰਨਾ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਅੰਗਰੇਜ਼ੀ ਬਾਰੇ ਪੜ੍ਹਾਉਣ ਬਾਰੇ ਸਭ ਤੋਂ ਬਿਹਤਰ ਜੇ ਕੋਈ ਜਾਣਦਾ ਤਾਂ ਬ੍ਰਿਟਿਸ਼ ਕਾਉਂਸਲ ਹੈ। तो ब्रिटिश काउंसल जे ਸਰੋਤਿਆਂ ਨੂੰ ਹੋਰ ਸੌਖਾ ਹੋ ਜਾਏਗਾ ਸਮਝਣਾ ਕਿ ਬ੍ਰਿਟਿਸ਼ ਕਾਉਂਸਲ ਆਈਲੈਟਸ ਦਾ ਇਮਤਿਹਾਨ ਲੈਂਦੀ ਹੈ, ਬ੍ਰਿਟਿਸ਼ ਕਾਉਂਸਲ ਬੈਂਡ ਦਿੰਦੀ ਹੈ ਆਈਲੈਟਸ ਦੇ, ਬ੍ਰਿਟਿਸ਼ ਕਾਉਂਸਲ ਆਈਲੈਟਸ ਦੀਆਂ ਫੀਸਾਂ ਲੈਂਦੀ ਹੈ, ਇਹਦਾ ਦਫ਼ਤਰ ਸਾਰੀਆਂ ਰਾਜਧਾਨੀਆਂ 'ਚ, ਚੰਡੀਗੜ੍ਹ 'ਚ ਵੀ ਹੈ। तो ਬ੍ਰਿਟਿਸ਼ ਕਾਉਂਸਲ ਦੀ 2017 'ਚ ਇੱਕ ਕਿਤਾਬ ਆਈ ਹੈ ਤੇ ਉਹ ਕਹਿੰਦੇ ਤੀਜੇ ਪੰਨੇ ਤੇ ਉਹ ਕਹਿੰਦੇ ਨੇ ਕਿ ਜਿਹੜਾ ਲੋਕਾਂ ਨੂੰ ਭਰਮ ਬਣਿਆ ਹੋਇਆ ਦੱਖਣੀ ਏਸ਼ੀਆ ਤੇ ਅਫਰੀਕਾ ਵਗੈਰਾ ਦੇ ਕੁਝ ਦੇਸ਼ਾਂ 'ਚ ਕਿ ਤੁਸੀਂ ਅੰਗਰੇਜ਼ੀ ਚੰਗੀ ਤਰ੍ਹਾਂ ਸਿੱਖਣੀ ਹੈ ਤਾਂ ਅੰਗਰੇਜ਼ੀ ਮਾਧਿਅਮ 'ਚ ਪੜ੍ਹੋ, ਇਹ ਭਰਮ ਹੈ। ਜੇ ਸਾਰੀਆਂ ਗੱਲਾਂ ਇੱਕੋ ਜਿਹੀਆਂ ਹੋਣ, ਪੜ੍ਹਾਈ ਇੱਕੋ ਜਿਹੀ ਹੋਵੇ ਤਾਂ ਜਿਹੜਾ ਮਾਂ ਬੋਲੀ ਮਾਧਿਅਮ 'ਚ ਪੜ੍ਹਦਾ ਬੱਚਾ ਔਰ ਅੰਗਰੇਜ਼ੀ ਨੂੰ ਜਾਂ ਕਿਸੇ ਵੀ ਵਿਦੇਸ਼ੀ ਭਾਸ਼ਾ ਨੂੰ ਥੋੜਾ ਦੇਰ ਨਾਲ ਪੜ੍ਹਦਾ ਉਹਨੂੰ ਬਿਹਤਰ ਆਉਂਦੀ ਹੈ। तो अंग्रेजी माध्यम तो अंग्रेजी सीखने वास्ते भी गलत है जे पढ़ाई सारी इको जी, बाकी गल्लां समाजिक पिछोकड़ बच्चे का इको होवे, पढ़ाई इको जी होवे, स्कूलों सारियां सहूलतां इको जिहियां होण, तो अंग्रेजी माध्यम लिए भी गलत है। तो जेड़ा बोर्ड अंग्रेजी को इन्नी तरजीह देंदा, अहमियत महत्ता देंदा है, वो ये भी नहीं जानता मैं अंग्रेजी पढ़ाने का ठीक तरीका की है। इदों वड्डी अज्ञानता की हो सकती है। फिर जिहड़ी मैं कहा कि पढ़ाई का कितना नुकसान हुंदा, उसे ही पन्ने ते ब्रिटिश काउंसल की उस किताब च लिखिया है कि 6 ਤੋਂ 8 ਸਾਲ ਲੱਗਦੇ ਨੇ ਜੇ ਤੁਸੀਂ ਬੱਚੇ ਨੂੰ ਮਾਂ ਬੋਲੀ 'ਚ ਨਹੀਂ ਪੜ੍ਹਾਉਂਦੇ ਤਾਂ 6 ਤੋਂ 8 ਸਾਲ ਲੱਗਦੇ ਨੇ ਕਿ ਉਹਨੂੰ ਜਿਹੜੀ ਵਿਦੇਸ਼ੀ ਭਾਸ਼ਾ ਜਾਂ ਅੰਗਰੇਜ਼ੀ ਜੋ ਵੀ ਹੈ ਥੋੜੀ ਆਏਗੀ ਔਰ ਕੁਝ ਸਮਝਣ ਲੱਗੇਗਾ ਆਪਣੀਆਂ ਕਿਤਾਬਾਂ ਨੂੰ, ਆਪਣੇ ਸਾਰੇ ਪੜ੍ਹਾਈ ਨੂੰ। ਪਰ ਇੰਨੀ ਅੰਗਰੇਜ਼ੀ ਉਹ ਕਹਿੰਦੇ ਕਿ ਕਦੇ ਵੀ ਨਹੀਂ ਆਏਗੀ ਕਿ ਅਗਲੀਆਂ ਉਚੇਰੀਆਂ ਜਮਾਤਾਂ, ਵੱਡੀਆਂ ਜਮਾਤਾਂ ਜਾ ਕੇ ਉਹ ਆਪਣੀ ਸਾਰੀ ਦੀ ਸਾਰੀ ਵਿਸ਼ਾ ਵਸਤੂ ਜਿਹੜਾ ਕੰਟੈਂਟ ਹੈ ਕਿਤਾਬਾਂ ਦਾ ਉਹ ਸਮਝ ਸਕੇ। तो ये तो ब्रिटिश का 6 मैं कहना कि उचेरी पढ़ाई जो एक पासे भी रख दीए तो 6 ਤੋਂ 8 साल जिस बच्चे के मुढ़ले ਜਿਹੜੇ ਨੀਂਹ ਵਾਲੇ ਸਨ ਜਿਨ੍ਹਾਂ ਨੂੰ CBSE ਫਾਊਂਡੇਸ਼ਨਲ ਸਾਲ ਕਹਿੰਦਾ ਤਾਂ ਜਿੱਥੇ ਨੀਂਹ ਰੱਖੀ ਜਾਣੀ ਹੈ ਉਹਦਾ 6 ਤੋਂ 8 ਸਾਲ ਬੱਚੇ ਤੁਸੀਂ ਬਰਬਾਦ ਕਰ ਦਿੱਤੇ। ਔਰ ਜਿਹੜਾ 6 ਤੋਂ 8 ਸਾਲ ਉਜਾੜਾ ਹੋ ਗਿਆ ਉਹ ਵੱਖਰਾ, ਔਰ ਜਿਹੜਾ ਬੱਚਾ ਆਪਣੇ ਭਾਸ਼ਾ ਤੋਂ, ਸੱਭਿਆਚਾਰ ਤੋਂ, ਵਿਰਸੇ ਇਤਿਹਾਸ ਸਾਰੇ ਕਾਸ ਤੋਂ ਟੁੱਟ ਗਿਆ। तो इस करके ਜਿਹੜੀ CBSE ਦੀਆਂ ਭਾਸ਼ਾ ਤੇ ਸਿੱਖਿਆ ਨੀਤੀਆਂ ਨੇ ਕੋਰੀ ਅਗਿਆਨਤਾ ਤੇ ਆਧਾਰਿਤ ਨੇ, ਕੋਈ ਖੋਜ ਇਹਨਾਂ ਨੂੰ ਇਹਦੇ ਹੱਕ 'ਚ ਨਹੀਂ ਜਾਂਦੀ, ਕੋਈ ਮਾਹਰ ਦੀ ਰਾਏ ਹੋਰ ਤਾਂ ਹੋਰ ਜਿਹੜੀਆਂ ਭਾਰਤ ਦੇ ਵਿੱਚ ਹੁਣ ਤੱਕ ਜਿੰਨੀਆਂ ਸਿੱਖਿਆ ਸੰਮਤੀਆਂ ਯੋਗ ਬਣੇ ਨੇ ਉਹਨਾਂ ਵੀ ਸਾਰੇ ਇਹ ਕਹਿ ਕੇ ਮਾਂ ਬੋਲੀ 'ਚ ਪੜ੍ਹਾਓ, ਪਰ ਪੜ੍ਹਾਉਂਦੇ ਹੈ ਨਹੀਂ। ਤਾਂ ਸਵਾਲ ਹੁਣ ਇਹ ਖੜਾ ਜਿਹੜਾ ਹੁੰਦਾ ਵੀ ਜ਼ਰੂਰ ਸਾਰੇ ਕਰਨਾ ਵੀ ਇਹ ਕਿਉਂ ਹੈ ਕੀ ਸੀ। ਹਾਂਜੀ ਤੁਸੀਂ ਕੁਝ ਕਹਿਣ ਲੱਗੇ ਸੀ। ਤੁਸੀਂ ਆਪਣੀ ਗੱਲ ਜਾਰੀ ਰੱਖੋ, ਜਿੱਥੇ ਤੁਹਾਨੂੰ ਲੱਗੇ ਮੈਂ ਸਵਾਲ ਕਰਾਂਗਾ ਫਿਰ। ਹਾਂਜੀ, ਤਾਂ ਸਵਾਲ ਇਹ ਹੈ ਕਿ CBSE ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਅੰਗਰੇਜ਼ੀ ਮਾਧਿਅਮ ਤੇ ਅੰਗਰੇਜ਼ੀ ਲਈ ਠੀਕ ਨਹੀਂ ਤੇ ਪੜ੍ਹਾਈ ਲਈ ਤਾਂ ਠੀਕ ਹੋ ਹੀ ਨਹੀਂ ਸਕਦਾ। ਮੈਂ ਸਮਝਦਾ ਕਿ ਇਹ ਵੀ ਗੱਲ ਠੀਕ ਹੈ ਕਿ ਬਹੁਤ ਜ਼ਿਆਦਾ ਪਤਾ ਵੀ ਨਹੀਂ ਹੈ CBSE ਦੇ ਬਹੁਤ ਲੋਕਾਂ ਨੂੰ, ਸਾਡੇ ਸਿੱਖਿਆ ਮੰਤਰੀਆਂ ਨੂੰ, ਸਾਡੇ ਰਾਜਨੇਤਾਵਾਂ ਨੂੰ, ਸਾਡੇ ਆਮ ਲੋਕਾਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ
ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੈ ਜਿਹੜੀ ਵਿਦੇਸ਼ੀ ਭਾਸ਼ਾ ਸਿੱਖਣ ਦਾ ਠੀਕ ਤਰੀਕਾ ਕੀ ਹੈ, ਔਰ ਵਿਦੇਸ਼ੀ ਭਾਸ਼ਾ ਜਿਹੜੀ ਹੈ ਸਿੱਖਿਆ ਦਾ ਕਿੰਨਾ ਵੱਡਾ ਨੁਕਸਾਨ ਕਰਦੀ ਹੈ ਪਤਾ ਨਹੀਂ। ਪਰ ਇਹ ਵੀ ਗੱਲ ਨਹੀਂ ਹੈ ਕਿ CBSE 'ਚ ਕੋਈ ਬੰਦਾ ਨਹੀਂ ਹੈ ਕਿ ਜਿਸ ਨੂੰ ਇਸ ਗੱਲ ਦਾ ਪਤਾ ਨਾ ਹੋਵੇ, ਕਿਉਂਕਿ ਮੈਂ ਤਾਂ ਪਿਛਲੇ 15-20 ਸਾਲਾਂ ਤੋਂ ਸਾਰੇ ਮੰਤਰੀਆਂ ਨੂੰ, CBSE ਦੇ ਸਾਰੇ ਅਹੁਦੇਦਾਰਾਂ ਨੂੰ, ਹੋਰ ਸਾਰੇ ਦੇਸ਼ ਦੇ ਵਿੱਚ ਹਜ਼ਾਰਾਂ ਮੈਂ ਚਿੱਠੀਆਂ ਪਾ ਚੁੱਕਾ ਵਾਂ, ਅਖਬਾਰਾਂ ਦੇ ਵਿੱਚ ਮੈਂ ਹੀ ਨਹੀਂ ਲਿਖ ਰਿਹਾ। ਹੁਣ ਗੱਲ ਜਿਹੜੀ ਹੈ ਉਹ ਬਹੁਤ ਸਾਰੇ ਦੇਸ਼ ਦੇ ਵਿੱਚ, ਤੁਹਾਨੂੰ ਪਤਾ ਮੈਂ ਇੱਕ ਕਿਤਾਬਚਾ ਜਿਹਾ ਲਿਖਿਆ ਸੀ 20 ਪੰਨਿਆਂ ਦਾ, ਸਾਰੀ ਦੁਨੀਆ ਤੇ ਝਾਤੀ ਮਾਰ ਕੇ 5-4 ਸਾਲ ਲਾ ਕੇ, ਤੇ ਉਹ 12 ਭਾਸ਼ਾਵਾਂ 'ਚ ਉਹ ਛਪਿਆ ਹੋਇਆ। ਇਹ ਜਿਹੜੀਆਂ ਮੈਂ ਗੱਲਾਂ ਤੁਹਾਡਾ ਸਾਂਝੀਆਂ ਕਰ ਰਿਹਾ ਸਾਰੀਆਂ 2013 ਦੇ ਵਿੱਚ ਇੱਕ ਕਿਤਾਬਚੇ ਦੇ ਰੂਪ ਸਾਰੇ ਦੇਸ਼ ਦੇ ਵਿੱਚ ਘੁੰਮਦੀਆਂ ਪਈਆਂ ਨੇ ਔਰ ਲੋਕ ਪੜ੍ਹ ਰਹੇ ਨੇ, ਤੇ ਅਖਬਾਰਾਂ 'ਚ ਲਿਖਿਆ ਜਾ ਰਿਹਾ। ਤੇ ਉਹਦਾ ਮਤਲਬ ਇਹ ਵੀ ਨਹੀਂ ਕਿ ਕਿਸੇ ਨੂੰ ਪਤਾ ਵੀ ਨਾ ਹੋਵੇ, ਤਾਂ ਜੇ ਪਤਾ ਹੈ ਵੀ ਹੈ ਤਾਂ ਫਿਰ ਇਹ ਕਿਉਂ ਨਹੀਂ ਹੋ ਰਿਹਾ। ਮੈਂ ਸਮਝਦਾ ਕਿ ਇਹਦੇ 2-3 ਬੜੇ ਵੱਡੇ ਕਾਰਨ ਨੇ। ਪਹਿਲੀ ਕਾਰਨ ਇਹ ਹੈ ਕਿ ਭਾਰਤ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਿਹੜਾ ਜਾਤੀ ਪ੍ਰਥਾ ਹੈ, ਜਿਹਨੂੰ ਵਰਨ ਪ੍ਰਥਾ ਆਪਾਂ ਕਹਿੰਦੇ ਆ ਜਾਂ ਮਨੂਵਾਦ ਕਹਿੰਦੇ ਆ, ਉਹ ਬਹੁਤ ਹਾਲੀ ਸਾਨੂੰ ਇੱਕ ਰੋਗ ਵਾਂਗ ਲੱਗਾ ਹੋਇਆ। ਤੋ ਇਹ ਜਿਹੜਾ ਸਿੱਖਿਆ ਦੇ ਵਿੱਚ ਨਾ ਇਹ ਵਰਨ ਪ੍ਰਥਾ ਤੇ ਮਨੂਵਾਦ ਇਹ ਹੋਰ ਡੂੰਘਾ ਹੋ ਜਾਂਦਾ ਹੈ। ਔਰ ਉਹ ਵਰਨ ਪ੍ਰਥਾ ਕੀ ਹੈ ਕਿ ਇੱਕ ਜਿਹੜਾ ਵਰਗ ਹੈ, ਭਾਰੂ ਵਰਗ ਹੈ, ਜਿਹੜਾ ਜਿਹਨੂੰ ਅਸੀਂ ਆਮ ਤੌਰ ਤੇ ਖਾਂਦਾ ਪੀਂਦਾ ਵਰਗ ਹੈ, ਜਿਹੜਾ ਦੂਜਿਆਂ ਦੀ ਕਮਾਈ ਤੇ ਪਲਦਾ ਹੈ, ਤਾਂ ਉਹ ਵਰਗ ਸਾਰੇ ਕਾਸੇ ਦੇ ਉੱਤੇ ਆਪਣਾ ਗਲਬਾ ਕਾਇਮ ਰੱਖਣਾ ਚਾਹੁੰਦਾ ਹੈ। ਨੌਕਰੀਆਂ 'ਚ ਆਪਣਾ ਗਲਬਾ ਚਾਹੁੰਦਾ ਹੈ, ਲਾਭ ਵਾਲੀਆਂ ਥਾਵਾਂ ਤੇ ਹਰ ਥਾਂ ਤੇ ਆਪਣਾ ਗਲਬਾ ਕਾਇਮ ਰੱਖਣਾ ਚਾਹੁੰਦਾ ਹੈ। ਔਰ ਭਾਸ਼ਾ ਇੱਕ ਬਹੁਤ ਵੱਡਾ ਹਥਿਆਰ ਹੈ ਆਪਣਾ ਗਲਬਾ ਕਾਇਮ ਰੱਖਣ ਦਾ, ਸੱਭਿਆਚਾਰ ਦੇ ਉੱਤੇ ਗਲਬਾ ਕਾਇਮ ਰੱਖਣਾ। ਨੌਕਰੀਆਂ ਜੇ ਮੰਨ ਲਓ ਜੇ ਬੰਦਾ IAS ਅੰਗਰੇਜ਼ੀ ਰਾਹੀਂ ਹੀ ਬਣਦਾ ਜਿਵੇਂ ਪਹਿਲਾਂ ਹੁੰਦਾ ਸੀ, ਤਾਂ ਫਿਰ ਜਿਹਨੂੰ ਅੰਗਰੇਜ਼ੀ ਜ਼ਿਆਦਾ ਆਉਂਦੀ ਉਹ IAS ਬਣੇਗਾ। ਔਰ ਅੰਗਰੇਜ਼ੀ ਜ਼ਿਆਦਾ ਕਿਹਨੂੰ ਆਏਗੀ? ਅੰਗਰੇਜ਼ੀ ਆਉਣ ਵਾਸਤੇ, ਚੰਗੀ ਆਉਣ ਵਾਸਤੇ ਕਿੰਨਾ ਬੰਦੇ ਨੂੰ ਸਾਧਨ ਚਾਹੀਦੇ ਨੇ। ਜਿਹੜੀ ਖਾਂਦੀ ਪੀਂਦੀ ਜਮਾਤ ਇਹਨਾਂ ਕੋਲ ਤਾਂ ਸਾਧਨ ਨੇ, ਉਹ ਉਹਨਾਂ ਦਾ ਬੱਚਾ ਟਿਊਸ਼ਨ ਤੇ ਵੀ ਚਲਾ ਜਾਂਦਾ ਹੈ, ਉਹਨਾਂ ਕੋਲ ਲੈਪਟਾਪ ਵੀ ਨੇ, ਸਮਾਰਟਫੋਨ ਵੀ ਨੇ, ਸਾਰਾ ਕੁਝ ਹੈ, ਉਹਦੇ ਘਰ ਦੇ ਵੀ ਪੜ੍ਹੇ ਲਿਖੇ ਨੇ। ਤੋ ਇਹ ਜਿਹੜਾ ਜਦੋਂ ਤੁਸੀਂ ਇੱਕ ਲੜਾਈ ਹੈ, ਲੜਾਈ ਦੇ ਵਿੱਚ ਹਥਿਆਰ ਕਹੋ ਵੀ ਮੈਂ ਕਹਾਂਗਾ ਤੇਰੇ ਹੱਥ ਖਾਲੀ ਰਹਿਣਗੇ ਤੇ ਮੈਂ ਹੱਥ 'ਚ ਤਲਵਾਰ ਰੱਖਾਂਗਾ, ਤੇ ਜਿਹੜਾ ਖਾਲੀ ਹੱਥ ਵਾਲਾ ਮੇਰਾ ਕਿਵੇਂ ਮੁਕਾਬਲਾ ਕਰ ਲਏਗਾ? ਤਾਂ ਤੁਸੀਂ ਲੋਕਾਂ ਨੂੰ ਭਾਸ਼ਾ ਦੇ ਤੋਂ ਨਿਹੱਥੇ ਕਰਕੇ ਉਹ ਭਾਸ਼ਾ ਜਿਹੜੀ ਤੁਹਾਡੇ ਕੋਲ ਹੈ, ਜਿਹਦੇ ਵਾਸਤੇ ਤੁਹਾਡੇ ਕੋਲ ਸਾਧਨ ਨੇ, ਕੋਈ ਮਾੜੀ ਮੋਟੀ ਸਿੱਖਣ ਨੂੰ, ਬਹੁਤੀ ਇਹ ਵੀ ਨਹੀਂ ਸਿੱਖ ਸਕਦੇ, ਤਾਂ ਉਹਦੇ ਰਾਹੀਂ ਤੁਸੀਂ ਸਾਰੇ ਕਾਸੇ ਤੇ ਆਪਣਾ ਗਲਬਾ ਜਿਹੜਾ ਕਾਇਮ ਰੱਖਣਾ ਚਾਹੁੰਦੇ ਹੋ। ਔਰ ਜਿਹੜਾ ਇੱਕ ਤੇ ਗੱਲ ਹੈ, ਦੂਜੀ ਗੱਲ ਜਿਹੜੀ ਇਸ ਤੋਂ ਵੀ ਭਿਆਨਕ ਵਾਪਰੀ ਹੈ ਪਿਛਲੇ ਦਿਨਾਂ ਦੇ ਵਿੱਚ, ਖਾਸ ਤੌਰ ਤੇ 90 ਤੋਂ ਬਾਅਦ ਜੋ ਨਿੱਜੀਕਰਨ ਦਾ ਸਿੱਖਿਆ ਦੇ ਵਿੱਚ ਦੌਰ ਸ਼ੁਰੂ ਹੋਇਆ, ਤਾਂ ਸਿੱਖਿਆ ਜਿਹੜੀ ਹੈ ਜਾਂ ਭਾਸ਼ਾ ਇੱਕ ਹਥਿਆਰ ਬਣ ਗਈ ਹੈ ਪੈਸੇ ਕਮਾਉਣ ਦਾ, ਮੁਨਾਫਾ ਕਮਾਉਣ ਦਾ। ਉਹ ਕਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਿੱਜੀ ਸਿੱਖਿਆ ਕਿੱਡਾ ਵੱਡਾ ਕਾਰੋਬਾਰ ਹੈ। ਮੈਂ ਤੁਹਾਨੂੰ ਸ਼ਬਦ ਮਾਫੀਆ ਕਹਿਣਾ ਮਾਫ ਕਰਨਾ, ਤਾਂ ਇਹ ਐਡਾ ਵੱਡਾ ਕਾਰੋਬਾਰ ਹੈ। ਇਹ ਕਾਰੋਬਾਰ ਜਿਹੜਾ ਨਿੱਜੀ ਸਿੱਖਿਆ ਦਾ ਹੈ ਚੱਲ ਨਹੀਂ ਸਕਦਾ ਜੇ ਮਾਤ ਭਾਸ਼ਾ 'ਚ ਪੜ੍ਹਾਈ ਹੋਵੇ, ਜੇ ਭਾਰਤੀਆਂ ਭਾਸ਼ਾਵਾਂ 'ਚ ਪੜ੍ਹਾਈ ਹੋਏਗੀ। ਕਿਉਂਕਿ ਮੰਨ ਲਓ ਪੰਜਾਬ ਦੇ ਵਿੱਚ ਜੇ ਪੰਜਾਬ 'ਚ ਕਾਨੂੰਨ ਬਣ ਜਾਏ ਵੀ ਚਾਹੇ ਨਿੱਜੀ ਸਕੂਲ ਹੋਏ ਚਾਹੇ ਸਰਕਾਰੀ ਸਕੂਲ ਹੋਏ, ਤਾਂ ਹਰ ਇੱਕ ਜਿਹੜੀ ਪੜ੍ਹਾਈ ਹੈ ਉਹ ਉਹਦੀ ਮਾਤ ਭਾਸ਼ਾ ਮਾਧਿਅਮ 'ਚ ਹੋਏਗੀ, ਤਾਂ ਫਿਰ ਲੋਕੀ ਕਿਉਂ ਨਿੱਜੀ ਸਕੂਲਾਂ ਦੇ ਵਿੱਚ ਇੰਨੀਆਂ ਵੱਡੀਆਂ ਫੀਸਾਂ ਦੇ ਕੇ ਕਿਉਂ ਉਜੜਨਗੇ? ਤਾਂ ਉਹ ਸਰਕਾਰੀ ਸਕੂਲਾਂ 'ਚ ਬੱਚੇ ਜਾਣਗੇ। ਇਸ ਕਰਕੇ ਜਿਹੜੀ ਇਹ ਭਾਸ਼ਾ ਆ ਇਹ ਹਥਿਆਰ ਬਣ ਗਈ ਹੈ ਜਿਹੜਾ ਨਿੱਜੀ ਸਕੂਲ ਨੇ ਉਹਦੇ ਰਾਹੀਂ ਸਿੱਖਿਆ 'ਚ ਮੁਨਾਫਾ ਕਮਾਉਣ ਦਾ। ਤਾਂ ਮੁਨਾਫਾ ਉਹਨਾਂ ਦਾ ਪਹਿਲਾ ਟੀਚਾ, ਸਿੱਖਿਆ ਭਾਸ਼ਾ ਦਾ ਉਹਨਾਂ ਦਾ ਕੋਈ ਉਹਨਾਂ ਨਾਲ ਮਤਲਬ ਨਹੀਂ ਹੈ, ਮੁਨਾਫੇ ਵਾਲਿਆਂ ਦਾ ਮੁਨਾਫੇ ਨਾਲ ਹੈ। ਤਾਂ ਇਹ ਜਿਹੜਾ ਮੁਨਾਫੇ ਵਾਲਾ ਵਿੱਚ ਨਿੱਜੀ ਸਿੱਖਿਆ ਰਾਹੀਂ ਵਿੱਚ ਆ ਗਿਆ ਹੈ, ਦਖਲ ਆ ਗਿਆ, ਔਰ ਉਹ ਭਾਸ਼ਾ ਅੰਗਰੇਜ਼ੀ ਭਾਸ਼ਾ ਵਗੈਰ ਉਹ ਨਿੱਜੀ ਸਿੱਖਿਆ ਪ੍ਰਣਾਲੀ ਚੱਲ ਨਹੀਂ ਸਕਦੀ। ਇਸ ਕਰਕੇ ਅੰਗਰੇਜ਼ੀ ਮਾਧਿਅਮ ਨੂੰ ਜਾਰੀ ਰੱਖਿਆ ਜਾ ਰਿਹਾ, ਔਰ ਅੰਗਰੇਜ਼ੀ ਮਾਧਿਅਮ ਨੂੰ ਜਾਰੀ ਰੱਖਣ ਵਾਸਤੇ ਸਾਰੇ ਦੇਸ਼ ਦੇ ਵਿੱਚ ਅੰਗਰੇਜ਼ੀ ਦਾ ਗਲਬਾ ਕਰਨਾ ਪੈਂਦਾ ਕਿ ਸਾਰਾ ਕੰਮ ਅੰਗਰੇਜ਼ੀ 'ਚ ਹੋਣ। ਮੈਂ ਪਟਿਆਲੇ ਰਹਿਣਾ, ਪਟਿਆਲੇ ਦੇ ਬੈਂਕ 'ਚ ਜਾਵਾਂ ਤੇ ਫਾਰਮ ਮੈਨੂੰ ਅੰਗਰੇਜ਼ੀ 'ਚ ਮਿਲ ਜਾਂਦਾ। ਪੁਲਿਸ ਨੂੰ ਮੈਂ ਜਾਣਕਾਰੀ ਦੇਣੀ ਹੋਵੇ ਕਿਰਾਏਦਾਰ ਬਾਰੇ, ਤਾਂ ਉਹ ਪੁਲਿਸ ਵਾਲੇ ਮੈਨੂੰ ਫਾਰਮ ਅੰਗਰੇਜ਼ੀ 'ਚ ਪੜ੍ਹਾ ਦਿੰਦੇ ਨੇ। ਜੋ ਸਾਰਾ ਕੁਝ ਅੰਗਰੇਜ਼ੀ 'ਚ ਹੈ ਤਾਂ ਦੁਨੀਆ ਅੰਗਰੇਜ਼ੀ ਵੱਲ ਭੱਜੇਗੀ, ਅੰਗਰੇਜ਼ੀ ਮਾਧਿਅਮ ਵੱਲ ਭੱਜੇਗੀ। ਹੁਣ ਇਹ ਤੇ ਗੱਲ ਦਾ ਤੇ ਕਿਸੇ ਨੂੰ ਪਤਾ ਨਹੀਂ ਹੈ ਕਿ ਅੰਗਰੇਜ਼ੀ ਸਿੱਖਣ ਲਈ, ਔਰ ਉਹਦੇ ਲਈ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਸਰਕਾਰੀ ਸਕੂਲ ਇੰਨੇ ਠੀਕ ਨਾ ਹੋ ਜਾਣ ਕਿ ਉੱਥੋਂ ਬੱਚੇ ਸੱਚੀ ਮੁੱਚੀ ਅੰਗਰੇਜ਼ੀ ਸਿੱਖ ਜਾਣ, ਜਦ ਚੰਗੀ ਤਰ੍ਹਾਂ ਪੜ੍ਹ ਕੇ ਤੇ ਅੰਗਰੇਜ਼ੀ ਮਾਧਿਅਮ ਵਾਲਾ ਦਾ ਮੁਕਾਬਲਾ ਕਰ ਲੈਣ। ਤਾਂ ਇਸ ਕਰਕੇ ਉਹ ਗਲਬਾ ਰੱਖਣ ਵਾਸਤੇ ਸਰਕਾਰੀ ਸਕੂਲਾਂ ਦੀ ਤਬਾਹੀ ਜ਼ਰੂਰੀ ਹੈ। ਉਹ ਸਾਰੀ ਤਬਾਹੀ ਕੀਤੀ ਗਈ ਹੈ। ਪਹਿਲਾਂ ਤਾਂ ਇਹ ਕੀਤਾ ਗਿਆ ਕਿ ਉਹਨਾਂ ਤੋਂ ਸਾਧਨ ਨਹੀਂ ਖਿੱਚ ਲਏ, ਅਧਿਆਪਕ ਨਹੀਂ ਦਿੱਤੇ, ਕੋਈ ਨਹੀਂ ਦਿੱਤੇ। ਅੱਜ ਕੱਲ੍ਹ ਇੱਕ ਹੋਰ ਬਹੁਤ ਵੱਡਾ ਤੰਤਰ ਲਾਇਆ ਹੋਇਆ ਹੈ ਸਰਕਾਰੀ ਸਕੂਲਾਂ ਦੀ ਤਬਾਹੀ ਕਰਨ ਦਾ ਕਿ ਅਧਿਆਪਕਾਂ ਨੂੰ ਫਜ਼ੂਲ ਦੇ ਕੰਮਾਂ 'ਚ ਲਾ ਕੇ ਰੱਖੋ, ਕਿ ਜਦੋਂ ਦੇ ਕੰਪਿਊਟਰ ਆਏ ਨੇ ਅੱਧੀ ਰਾਤੀ ਅਧਿਆਪਕਾਂ ਨੂੰ ਆ ਜਾਂਦੀ ਹੈ ਡਾਕ, ਫਲਾਣਾ ਆંકੜੇ ਬਣਾ ਕੇ ਭੇਜੋ, ਫਲਾਣਾ ਡੇਟਾ ਭਜਾ ਕੇ ਭੇਜੋ। ਹੋਰ ਇਹੋ ਜਿਹੇ ਫਜ਼ੂਲ ਦੇ ਕੰਮਾਂ ਦੇ ਵਿੱਚ ਜੇ ਮਰਦਮਸ਼ੁਮਾਰੀ ਕਰਨੀ ਹੈ, ਜਨਗਣਨਾ ਕਰਨੀ ਹੈ, ਅਧਿਆਪਕਾਂ ਨੂੰ ਲਾ ਦਿਓ। ਜੇ ਕੋਈ ਟੀਕੇ ਲਾਣੇ ਨੇ ਤਾਂ ਅਧਿਆਪਕਾਂ ਨੂੰ ਲਾ ਦਿਓ।
ਜਿਹੜਾ ਕਿ ਕੰਮ ਅਧਿਆਪਕਾਂ ਨੂੰ ਸਭ ਤੋਂ ਬਾਅਦ 'ਚ ਦਿੱਤਾ ਜਾਣਾ ਚਾਹੀਦਾ ਹੈ। ਅਧਿਆਪਕ ਔਰ ਸਿੱਖਿਆ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਔਰ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਇੱਕੋ ਧਿਆਨ ਰੱਖਿਆ ਜਾਂਦਾ ਹੈ ਕਿ ਮਤੇ ਕਿਧਰੇ ਪੜ੍ਹਾ ਨਾ ਲੈਣ ਚੰਗੀ ਤਰ੍ਹਾਂ। ਚਲੋ ਅਧਿਆਪਕਾਂ ਵੱਲੋਂ ਵੀ ਕਿਸੇ ਜ਼ਮਾਨੇ 'ਚ ਵਿਸਲਾ ਪਰ ਰਿਹਾ ਹੈ, ਮੈਂ ਨਹੀਂ ਕਹਿੰਦਾ, ਉਹਨਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਦਾ ਵਿਰੋਧ ਕਰਨਾ ਵੀ ਬਣਦਾ ਹੋ ਵੀ ਰਿਹਾ। ਤਾਂ ਇਸ ਕਰਕੇ ਇਹ ਸਾਰਾ ਜਿਹੜਾ ਤੰਤਰ ਹੈ ਭਾਸ਼ਾ ਦਾ, ਇਹ ਵੇਖਣ ਨੂੰ ਭਾਸ਼ਾ ਦੀ ਗੱਲ ਲੱਗਦੀ ਹੈ, ਔਰ ਭਰਮ ਇਹੋ ਜਿਹੇ ਪਾਏ ਜਾਂਦੇ ਨੇ ਕਿ ਨਾ ਅੰਗਰੇਜ਼ੀ ਬਗੈਰ ਵਿਗਿਆਨ ਆ ਸਕਦਾ ਹੈ, ਨਾ ਅੰਗਰੇਜ਼ੀ ਬਗੈਰ ਉੱਚੀ ਪੜ੍ਹਾਈ ਹੋ ਸਕਦੀ ਹੈ, ਨਾ ਅੰਗਰੇਜ਼ੀ ਬਗੈਰ ਤੁਸੀਂ ਦੁਨੀਆ ਦਾ ਵਪਾਰ ਕਰ ਸਕਦੇ ਹੋ। ਪਰ ਇਹ ਸਾਰੇ ਝੂਠ ਨੇ, ਕੋਰੇ ਝੂਠ ਨੇ। ਕੋਈ ਅੰਕੜਾ, ਕੋਈ ਖੋਜ, ਕੋਈ ਅਧਿਐਨ, ਕੋਈ ਮਾਹਰ ਇਸ ਗੱਲ ਨੂੰ ਕਈ ਕਹਿੰਦਾ ਕਿ ਅੰਗਰੇਜ਼ੀ ਨਾਲ ਵਪਾਰ ਵੱਧ ਹੁੰਦਾ ਹੈ, ਜਾਂ ਅੰਗਰੇਜ਼ੀ ਨਾਲ ਜਿਹੜਾ ਆ ਉਹ ਗਿਆਨ ਵਿਗਿਆਨ ਵੱਧ ਆਉਂਦਾ ਹੈ, ਜਾਂ ਅੰਗਰੇਜ਼ੀ ਨਾਲ ਪੜ੍ਹਾਈ ਬਿਹਤਰ ਹੁੰਦੀ ਹੈ, ਜਾਂ ਅੰਗਰੇਜ਼ੀ ਨਾਲ ਜਿਹੜਾ ਬੰਦੇ ਦਾ ਜਿਹੜਾ ਵਿਕਾਸ ਵੱਧ ਹੋ ਸਕਦਾ ਹੈ। ਜੀ ਪ੍ਰੋਫੈਸਰ ਸਾਹਿਬ, ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਸੀ, ਦਰਸ਼ਕ ਵੀ ਸੋਚਦੇ ਹੋਣੇ, ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ, ਜਿਵੇਂ ਅਸੀਂ ਲਾ ਲਈਏ ਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਆਲਰੇਡੀ ਚੱਲਦਾ ਆ, ਤਾਂ ਫਿਰ ਸੀਬੀਐਸਈ ਦੀ ਜ਼ਰੂਰਤ ਕਿਉਂ ਪੈ ਗਈ? ਸੀਬੀਐਸਈ ਦੇ ਪੈਰ ਲਾਉਣ ਦੇ ਲਈ ਕਿਹਨੂੰ ਕਾਹਲ ਪਈ ਸੀ? ਤੇ ਦੂਜੀ ਗੱਲ ਇਹ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਉਹ ਪੰਜਾਬੀ ਦੇ ਲਈ ਕਿਉਂ ਨਹੀਂ ਉਸ ਪੱਧਰ ਤੇ ਕੰਮ ਕਰ ਸਕੀ ਜਿਵੇਂ ਕਰਨਾ ਚਾਹੀਦਾ ਸੀ? ਸੀਬੀਐਸਈ ਤੋਂ ਸ਼ੁਰੂ ਕਰੋ। ਦੇਖੋ, ਸੀਬੀਐਸਈ ਕਿਵੇਂ ਸ਼ੁਰੂ ਹੋਈ, ਇਹਦੇ ਲਈ ਬਹਾਨਾ ਜਿਹਾ ਤੇ ਦਿੱਤਾ ਗਿਆ ਕਿ ਸਾਰੇ ਦੇਸ਼ ਦੇ ਵਿੱਚ ਅਫਸਰ ਜਾਂਦੇ ਨੇ, ਤੇ ਅਫਸਰ ਜਦੋਂ ਉਹਨਾਂ ਦਾ ਤਬਾਦਲਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਬੱਚਿਆਂ ਨੂੰ ਕਠਿਨਾਈ ਆਉਂਦੀ ਹੈ ਦੂਜਿਆਂ ਸਕੂਲਾਂ ਦੇ ਵਿੱਚ ਭਾਸ਼ਾ ਕਰਕੇ ਜਾਂ ਹੋਰ ਕਾਰਨਾਂ ਕਰਕੇ, ਤੇ ਇੱਕੋ ਜਿਹਾ ਇੱਕ ਸਿਸਟਮ ਬਣਾਉਣ ਵਾਸਤੇ ਇਹ ਬਣਾਇਆ ਗਿਆ ਤੰਤਰ ਜਿਹਾ ਵੀ ਸੀਬੀਐਸਈ ਦੇ ਸਕੂਲ, ਜਿੱਥੇ ਉਹ ਜਿਹੜੇ ਕੇਂਦਰ ਸਰਕਾਰ ਦੇ ਨੌਕਰ ਨੇ, ਅਫਸਰਸ਼ਾਹੀ ਜਾਂ ਸਾਰੇ ਨੇ, ਉਹ ਉੱਥੇ ਪੜ੍ਹ ਸਕਣ। ਤੇ ਲੇਕਿਨ ਮੇਰਾ ਸਵਾਲ ਇਹ ਵੇ ਕਿ ਚੇਨਈ ਦੇ ਇੱਕ ਬੰਦੇ ਨੂੰ ਚੰਡੀਗੜ੍ਹ ਕਿਉਂ ਘੱਲਿਆ ਜੇ ਇੱਥੇ ਆਈਐਸ ਡੀਸੀ ਬਣਨ ਵਾਸਤੇ? ਤੁਸੀਂ ਉਹਨੂੰ ਚੇਨਈ ਦੇ ਬੰਦੇ ਨੂੰ ਜਲੰਧਰ ਪਟਿਆਲੇ ਦਾ ਡੀਸੀ ਲਾ ਦਿੰਦੇ ਹੋ, ਉਹ ਆ ਜਾਂਦਾ ਪਟਿਆਲੇ 'ਚ, ਔਰ ਜਿਹੜਾ ਪਟਿਆਲੇ ਦਾ ਤੇ ਜਲੰਧਰ ਦਾ ਬੰਦਾ ਉਹ ਚੇਨਈ ਜਾ ਕੇ ਡੀਸੀ ਲੱਗ ਜਾਂਦਾ। ਤੁਸੀਂ ਉਹਨਾਂ ਦੇ ਘਰਾਂ ਨੂੰ ਉਜਾੜਦੇ ਹੋ, ਉਹਨਾਂ ਨੂੰ ਬੱਚਿਆਂ ਤੋਂ ਦੂਰ ਕਰਦੇ ਹੋ, ਉਹਨਾਂ ਦਾ ਸਮਾਂ ਖਰਾਬ ਕਰਦੇ ਹੋ। ਕੀ ਸਾਡੀ ਮਜਬੂਰੀ ਕੀ ਹੈ ਕਿ ਕੀ ਪੰਜਾਬ ਦਾ ਡੀਸੀ ਜਿਹੜਾ ਜਲੰਧਰ ਦਾ ਬੰਦਾ ਜਲੰਧਰ ਦਾ ਡੀਸੀ ਨਹੀਂ ਬਣ ਸਕਦਾ, ਜਾਂ ਉਹਨੂੰ ਬਲਕਿ ਦੂਜੇ ਬੰਦੇ ਨੂੰ ਪਤਾ ਹੀ ਨਹੀਂ ਹੋ ਸਕਦਾ? ਮੈਨੂੰ ਤੁਸੀਂ ਚੇਨਈ ਦੇ ਵਿੱਚ ਡੀਸੀ ਲਾ ਕੇ ਘੱਲ ਦਿਓ, ਮੈਨੂੰ ਚੇਨਈ ਬਾਰੇ ਕੀ ਪਤਾ? ਤਮਿਲ ਲੋਕਾਂ ਬਾਰੇ ਮੈਨੂੰ ਕਿੰਨਾ ਪਤਾ? ਮੈਨੂੰ ਉਹਨਾਂ ਦਾ ਸੱਭਿਆਚਾਰ ਦਾ ਨਹੀਂ ਪਤਾ, ਉਹਨਾਂ ਦੀ ਭਾਸ਼ਾ ਦਾ ਨਹੀਂ ਪਤਾ, ਔਰ ਉਹ ਕਾਸੇ ਦਾ ਨਹੀਂ ਪਤਾ। ਤੇ ਇਸ ਕਰਕੇ ਇਹ ਸਾਰਾ ਤੰਤਰ ਜਿਹੜਾ ਅਸਲ ਦੇ ਵਿੱਚ, ਜਿਵੇਂ ਮੈਂ ਆਪਾਂ ਸ਼ੁਰੂ ਤੋਂ ਹੀ ਗੱਲ ਕੀਤੀ ਸੀ ਕਿ ਇੱਕ ਜਿਹੜੀ ਵਿਚਾਰ ਹੈ ਕਿ ਇੱਕ ਜਿਹੜਾ ਕੇਂਦਰ ਸਰਕਾਰ ਹੈ ਜਾਂ ਕੇਂਦਰੀ ਢਾਂਚਾ ਸਾਡੇ ਸਰਕਾਰ ਦਾ ਜਾਂ ਕੇਂਦਰ ਹੈ, ਉਹ ਸਾਰੇ ਕਾਸੇ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਔਰ ਆਪਣੀ ਧੌਂਸ ਜਮਾਉਣਾ ਚਾਹੁੰਦਾ, ਔਰ ਜਮਾ ਚੁੱਕਾ ਹੈ। ਕੋਈ ਇੰਨੀ ਧੌਂਸ ਜਮਾ ਚੁੱਕਾ ਹੈ ਕਿ ਦਿੱਲੀ ਤੋਂ ਕੇਂਦਰ ਸਰਕਾਰ ਦਾ ਥਾਣੇਦਾਰ ਆ ਕੇ ਇੱਥੋਂ ਮੈਨੂੰ ਫੜ ਕੇ ਲਿਜਾ ਸਕਦਾ ਹੈ, ਪਰ ਪੰਜਾਬ ਸਰਕਾਰ ਕੋਲ ਕੋਈ ਤਾਕਤ ਨਹੀਂ ਕਿ ਮੈਂ ਉਹ ਰੋਕ ਸਕੇ ਵੀ ਤੁਸੀਂ ਸਾਡੇ ਬੰਦੇ ਨੂੰ ਕੋਲ ਲਿਆ ਸਕੇ। ਜਿਹੜਾ ਇਹਨੇ ਕਾਨੂੰਨ ਇਹੋ ਜਿਹਾ ਬਣ ਗਿਆ ਕਿ ਕੇਂਦਰ ਦੀ ਸਰਕਾਰ ਦੀ ਪੁਲਿਸ ਕਿਸੇ ਵੀ ਸੂਬੇ 'ਚ ਆ ਕੇ ਕਿਸੇ ਵੀ ਬੰਦੇ ਨੂੰ ਫੜ ਸਕਦੀ ਹੈ। ਤਾਂ ਸਾਰਾ ਕੇਂਦਰ ਨੇ ਜਿਹੜਾ ਹੈ ਉਹ ਸਾਡੀ ਜਿਹੜੀ ਸਹਿਮਤੀ ਬਣੀ ਸੀ, ਇੱਕ ਸਾਡਾ ਜਿਹੜਾ ਬਹੁ ਕੌਮੀ ਦੇਸ਼ ਆ, ਅਸੀਂ ਇੱਕ ਸੰਘੀ ਢਾਂਚਾ ਮਾੜਾ ਮੋਟਾ ਹੀ ਬਣਿਆ ਸੀ, ਲੋੜ ਤਾਂ ਹੋਰ ਇਹਨੂੰ ਮਜ਼ਬੂਤ ਕਰਨ ਦੀ ਸੀ, ਪਰ ਹੋਇਆ ਹੈ ਕਿ ਬਲਕਿ ਹੋਰ ਵੀ ਢਾਹ ਦਿੱਤਾ ਗਿਆ ਹੈ। ਤੇ ਇਸ ਕਰਕੇ ਉਹ ਇੱਕ ਖਾਸ ਤਬਕੇ ਦੀ ਜਿਹੜੀ ਧੌਂਸ ਆਪਣੀ ਕਾਇਮ ਕਰਨਾ ਚਾਹੁੰਦੇ ਨੇ, ਇਸ ਕਰਕੇ ਸੀਬੀਐਸਈ ਹੈ ਔਰ ਉਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ, ਉਹ ਕਰਨਾ ਚਾਹੁੰਦੇ ਨੇ। ਦੂਜੀ ਗੱਲ ਤੁਸੀਂ ਪੰਜਾਬ ਬੋਰਡ ਦੀ ਕੀਤੀ ਹੈ, ਕਿਉਂ ਨਹੀਂ ਕਰ ਸਕਿਆ? ਪੰਜਾਬ ਬੋਰਡ ਕਰਦਾ ਸੀ 1980 ਤੋਂ ਪਹਿਲਾਂ ਲਗਭਗ ਸਾਰੇ ਪੰਜਾਬ ਦੇ ਸਕੂਲ 2-4 ਨੂੰ ਛੱਡ ਕੇ ਉਹ ਪੰਜਾਬੀ ਮਾਧਿਅਮ ਦੇ ਸਨ। ਕੀ ਪੰਜਾਬ ਦੀ ਪੜ੍ਹਾਈ ਅੱਜ ਨਾਲੋਂ ਮਾੜੀ ਸੀ? ਪੰਜਾਬ ਦੇ ਉਹ 40-50 ਸਾਲ ਦੇ ਪਹਿਲਾਂ ਪੜ੍ਹੇ ਬੰਦੇ ਉਹ ਅੱਜ ਕੱਲ੍ਹ ਦੇ ਅੰਗਰੇਜ਼ੀ ਮਾਧਿਅਮ ਵਾਲਿਆਂ ਨਾਲੋਂ ਵੀ ਤੇ ਪੰਜਾਬੀ ਮਾਧਿਅਮ ਵਾਲਿਆਂ ਨਾਲੋਂ ਵੀ ਦੋਵਾਂ ਨਾਲੋਂ ਬਿਹਤਰ ਪੜ੍ਹਾਈ ਕਰਦੇ ਸਨ, ਬਿਹਤਰ ਆਪਣੇ ਵਿਸ਼ੇ 'ਚ ਬਿਹਤਰ ਸਨ, ਔਰ ਅੰਗਰੇਜ਼ੀ 'ਚ ਵੀ ਬਿਹਤਰ ਸਨ। ਇਹ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਉਹ ਜਿਹੜੇ 6ਵੀਂ ਤੋਂ ਅੰਗਰੇਜ਼ੀ ਪੜ੍ਹਦੇ ਸਨ, ਉਹਨਾਂ ਦੀ ਅੰਗਰੇਜ਼ੀ ਤੇ ਹੁਣ ਵਾਲੇ ਅੰਗਰੇਜ਼ੀ ਮਾਧਿਅਮ 'ਚ ਪੜ੍ਹੇ ਵਾਲਿਆਂ ਦੀ ਅੰਗਰੇਜ਼ੀ ਦਾ ਜੇ ਮੁਕਾਬਲਾ ਹੀ ਕਰ ਲਿਆ ਜਾਏ ਤਾਂ ਇਹ ਹੁਣ ਵਾਲੇ ਮਾਧਿਅਮ ਵਾਲਿਆਂ ਦੀ ਅੰਗਰੇਜ਼ੀ ਜਿਹੜੀ ਹੈ ਉਹ ਮਾੜੀ ਨਿਕਲੇਗੀ। ਉਹ ਪਰਲ ਜਿਹਾ ਬੋਲੀ ਤੇ ਜਾਂਦੇ ਨੇ, ਉਹ ਠੀਕ ਆ, ਥੋੜੇ ਜਿਹੇ ਸ਼ਬਦ ਚਾਹੀਦੇ ਹੁੰਦੇ ਨੇ, ਥੋੜੇ ਜਿਹੇ ਵਾਕ ਚਾਹੀਦੇ ਹੁੰਦੇ ਨੇ, ਲੇਕਿਨ ਉਹਨਾਂ ਨੂੰ ਕਹੋ ਭਈ ਆਹ ਤੁਹਾਨੂੰ ਦਿੱਤੀ ਕਾਪੀ ਤੇ ਤੁਹਾਨੂੰ 3-4 ਪੰਨੇ ਇਹਦੇ ਉੱਤੇ ਅੰਗਰੇਜ਼ੀ ਦੇ ਲਿਖ ਕੇ ਵਿਖਾਓ। ਤੁਸੀਂ ਉਹ ਪਹਿਲੇ 6ਵੀਂ ਪੜ੍ਹੇ ਵਾਲੇ ਨੂੰ ਵੀ ਫੜਾ ਦਿਓ ਤੇ ਉਹਨੂੰ ਉਹ ਵੀ ਲਿਖ ਕੇ ਦੇ, ਇਹਨਾਂ ਨੂੰ ਵੀ ਲਿਖਾ ਕੇ ਵੇਖ ਲਓ, ਇਹਨਾਂ ਦੀਆਂ 100 ਗੁਣਾ ਵੱਧ ਗਲਤੀਆਂ ਨਿਕਲਣਗੀਆਂ ਉਹਨਾਂ ਨਾਲ ਵਿਆਕਰਨ ਦੀਆਂ। ਔਰ ਉਹਨਾਂ ਦੀ ਭਾਸ਼ਾ ਦੀ ਇੰਨੀ ਸਮਰੱਥਾ ਆ ਕਿ ਉਹ ਲਿਖੀ ਜਾਣਗੇ, ਗੱਲ ਨਹੀਂ ਮੁੱਕੇਗੀ। ਇਹਨਾਂ ਦੀ 2 ਪੰਨਿਆਂ ਸਾਰੀ ਅੰਗਰੇਜ਼ੀ ਮੁੱਕ ਜਾਂਦੀ, ਉਸ ਤੋਂ ਬਾਅਦ ਕੁਝ ਕਹਿਣ ਜੋਗੇ ਨਹੀਂ ਰਹਿਣਗੇ। ਤਾਂ ਪੰਜਾਬ ਬੋਰਡ ਵਧੀਆ ਪੜ੍ਹਾਉਂਦਾ ਸੀ, ਵਧੀਆ ਪੜ੍ਹਾਈ ਹੁੰਦੀ ਸੀ, ਅੰਗਰੇਜ਼ੀ ਬੜੀ ਆਉਂਦੀ ਸੀ। ਸਾਡੇ ਉਦੋਂ ਦੇ ਪੜ੍ਹੇ ਹੋਏ ਵਿਗਿਆਨੀ ਕਿੰਨਾ ਦੇ ਮੈਂ ਨਾਂ ਲਵਾਂ, ਭਾਰਤ ਦੇ ਜਿਨ੍ਹਾਂ ਵਿਗਿਆਨੀਆਂ ਨੂੰ ਜਾਂ ਹੋਰਨਾਂ ਲੋਕਾਂ ਨੂੰ ਨੋਬਲ ਨਾਮ ਮਿਲਿਆ ਹੈ,
ਉਹਨਾਂ ਚ ਮੇਰੇ ਖਿਆਲ ਇੱਕ ਅੱਧੇ ਨੂੰ ਛੱਡ ਕੇ ਸਾਰੇ ਹੀ ਆਪਣੀ ਆਪਣੀ ਮਾਂ ਬੋਲੀ ਮਾਧਿਅਮ ਚ ਪੜ੍ਹੇ ਸਨ। ਔਰ ਜਿਹੜੇ CV ਰਮਨ ਸਨ, ਵੈਂਕਟ ਰਮਨ, ਉਹਨਾਂ ਦਾ ਤੇ ਜਿਹੜਾ ਪਰਚਾ ਸੀ ਜਿਹਦੇ ਉੱਤੇ ਉਹਨਾਂ ਨੂੰ ਨੋਬਲ ਇਨਾਮ ਮਿਲਿਆ ਜਿਸ ਖੋਜ ਵਾਸਤੇ, ਉਹ ਤਮਿਲ ਚ ਪਹਿਲਾਂ ਲਿਖਿਆ ਸੀ ਉਹਨਾਂ, ਔਰ ਤਮਿਲ ਚ ਲਿਖਣ ਤੋਂ ਬਾਅਦ ਉਹਨਾਂ ਅੰਗਰੇਜ਼ੀ ਚ ਲਿਖਿਆ ਸੀ। ਤਾਂ ਉਦੋਂ ਪੜ੍ਹਾਈ ਹੁੰਦੀ ਸੀ ਕਿਉਂਕਿ ਸਰਕਾਰ ਦਾ ਇਰਾਦਾ ਸੀ, ਸਕੂਲਾਂ ਦੀ ਨਿਗਰਾਨੀ ਹੁੰਦੀ ਸੀ, ਅਧਿਆਪਕਾਂ ਦੀ ਨਿਗਰਾਨੀ ਹੁੰਦੀ ਸੀ, ਮਾਂ ਪਿਓ ਨਿਗਰਾਨੀ ਕਰਦੇ ਸਨ। ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਪਿੰਡ ਦਾ ਚਾਹੇ ਉਹ ਜਗੀਰਦਾਰ ਸੀ, ਚਾਹੇ ਉਹ ਸਧਾਰਨ ਜਿਹੜਾ ਸੀ ਖੇਤ ਮਜ਼ਦੂਰ ਸੀ, ਚਾਹੇ ਪਿੰਡ ਦਾ ਸਰਪੰਚ ਸੀ, ਚਾਹੇ MLA ਸੀ, ਉਹ ਸਾਰਿਆਂ ਦੇ ਨਿਆਣੇ ਉਸੇ ਸਕੂਲ 'ਚ ਜਾਂਦੇ ਸਨ। ਜਦੋਂ ਇੱਕ ਸਕੂਲ 'ਚ ਸਾਰਿਆਂ ਦੇ ਨਿਆਣੇ ਜਾਣਗੇ ਤੇ ਸਕੂਲਾਂ ਦੀ ਹਾਲਤ ਆਪੇ ਬਿਹਤਰ ਰਹੇਗੀ। ਤਾਂ ਉਦੋਂ ਬੜੀ ਚੰਗੀ ਪੜ੍ਹਾਈ ਹੁੰਦੀ ਸੀ, ਪੰਜਾਬੀ ਦੇ ਵਿੱਚ ਪੜ੍ਹਾਈ ਹੁੰਦੀ ਰਹੀ ਹੈ। ਪਰ ਜਦੋਂ ਇਹ ਵਿਚਾਰ ਆਇਆ ਵੀ ਸਿੱਖਿਆ ਦੇ ਰਾਹੀਂ, ਨਿੱਜੀਕਰਨ ਦੇ ਰਾਹੀਂ ਪੈਸਾ ਕਮਾਉਣਾ ਹੈ, ਤਾਂ ਸਭ ਕੁਝ ਢਹਿ ਢੇਰੀ ਕਰ ਦਿੱਤਾ ਗਿਆ। ਉਹ ਸਕੂਲ ਬੋਰਡ ਨੂੰ ਤਬਾਹ ਕੀਤਾ ਗਿਆ, ਨਿਗਰਾਨੀ ਛੱਡੀ ਗਈ, ਪੜ੍ਹਾਈ ਦਾ ਮਤਲਬ ਕੋਈ ਕਿਸੇ ਨੂੰ ਕੋਈ ਪੜ੍ਹਾਈ 'ਚ ਨਾ ਪੜ੍ਹਾਏ ਕੋਈ ਸਜ਼ਾ ਨਹੀਂ। ਜੇ ਤੁਹਾਡਾ ਰਾਜਨੇਤਾ ਤੱਕ ਕਿਸੇ ਤੱਕ ਪਹੁੰਚ ਹੈ ਤਾਂ ਤੁਸੀਂ ਦਾਰੂ ਪੀ ਕੇ ਸਾਰਾ ਦਿਨ ਸਕੂਲ 'ਚ ਲੱਗੇ ਫਿਰ ਸਕਦੇ ਹੋ, ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਏਗੀ। ਪਰ ਜੇ ਇਹ ਹਾਲਤ, ਤਾਂ ਇਸ ਤਰ੍ਹਾਂ ਸਕੂਲਾਂ ਨੂੰ ਤਬਾਹ ਕੀਤਾ ਗਿਆ। ਤੇ ਪਰ ਜਿਹੜੀ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਵਾਂ, ਇਹ ਸਧਾਰਨ ਗੱਲ ਨਹੀਂ ਹੈ। ਇਹ ਤਬਾਹੀ ਸਿਰਫ ਸਕੂਲ ਦੀ ਜਾਂ ਪੰਜਾਬੀ ਬੋਲੀ ਦੀ ਜਾਂ ਸਿੱਖਿਆ ਦੀ ਨਹੀਂ, ਇਹ ਦੇਸ਼ ਦੀ ਤਬਾਹੀ ਹੈ। ਮੈਂ ਤੁਹਾਡੇ ਨਾਲ ਸਿਰਫ ਇੱਕੋ ਆંકੜੇ ਸਾਂਝਾ ਕਰਾਂਗਾ ਸਮੇਂ ਨੂੰ ਬਚਾਉਂਦਾ ਹੋਇਆ। ਆਹ ਸਾਡੇ ਗੁਆਂਢ ਚੀਨ ਹੈ, ਸਾਰੀ ਪੜ੍ਹਾਈ ਉਹਦੀ ਆਪਣੀ ਭਾਸ਼ਾ 'ਚ ਹੈ। ਔਰ ਚੀਨ ਅੰਗਰੇਜ਼ੀ ਵੀ ਜਿੰਨੀ ਕੁ ਪੜ੍ਹਦਾ ਹੈ ਉਹ ਚੌਥੀ ਜਮਾਤ ਤੋਂ ਸ਼ੁਰੂ ਕਰਦੇ ਨੇ। ਔਰ ਹਫ਼ਤੇ ਦੇ ਵਿੱਚ 3 ਘੰਟੀਆਂ ਹੁੰਦੀਆਂ ਨੇ, 3 ਪੀਰੀਅਡ, ਸਿਰਫ 40-40 ਮਿੰਟ ਦੀਆਂ। ਯਾਨੀ ਕਿ ਚੀਨ ਦਾ ਬੱਚਾ 120 ਮਿੰਟ ਅੰਗਰੇਜ਼ੀ ਪੜ੍ਹਦਾ, ਉਹ ਵੀ ਜਿਹੜਾ ਅੰਗਰੇਜ਼ੀ ਪੜ੍ਹਦਾ। ਸਾਰੇ ਚੀਨੀ ਅੰਗਰੇਜ਼ੀ ਨਹੀਂ ਪੜ੍ਹਦੇ, ਉਹ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਪੜ੍ਹਾਉਂਦੇ ਨੇ। ਜਿਹਨੇ ਅੰਗਰੇਜ਼ੀ ਪੜ੍ਹਨੀ ਅੰਗਰੇਜ਼ੀ ਪੜ੍ਹ ਲੈ। ਤਾਂ 120 ਮਿੰਟ ਅੰਗਰੇਜ਼ੀ ਪੜ੍ਹ ਕੇ ਹਫ਼ਤੇ ਦੇ ਵਿੱਚ, ਉਹ ਵੀ ਚੌਥੀ ਜਮਾਤ ਤੋਂ। ਸਾਰੀ ਦੁਨੀਆ ਦੇ ਵਿੱਚ ਵਿਦੇਸ਼ੀ ਭਾਸ਼ਾ 9ਵੇਂ-10ਵੇਂ ਸਾਲ ਤੋਂ ਪੜ੍ਹਾਈ ਜਾਂਦੀ ਹੈ। ਇਹ ਤੋਂ ਪਹਿਲਾਂ, ਇਹ ਤੋਂ ਲੇਟ, ਬਲਕਿ ਇਹ ਤੋਂ ਬਾਅਦ 'ਚ ਵੀ ਪੜ੍ਹਾਉਂਦੇ ਨੇ। ਉਹ 9ਵੀਂ-10ਵੀਂ, ਔਰ ਉਹ ਵੀ ਛੇਤੀ ਹੈ। ਜੇ ਮਾਰਨ ਦੀ ਰਾਏ ਵੇਖੀਏ ਤਾਂ ਇਸ ਤੋਂ ਵੀ ਲੇਟ ਪੜ੍ਹਾਉਣੀ ਚਾਹੀਦੀ ਹੈ। ਖੈਰ, ਤਾਂ ਉਹ ਚੀਨ ਤੁਹਾਡੇ ਸਾਹਮਣੇ ਕਿੱਡੀ ਵੱਡੀ ਤਾਕਤ ਹੈ। ਦੁਨੀਆ 'ਚ ਇਸ ਟਾਈਮ ਸਭ ਤੋਂ ਜ਼ਿਆਦਾ ਸਮਾਨ ਚੀਨ ਦਾ ਵਿਕਦਾ, ਅਮਰੀਕਾ ਨਾਲੋਂ ਵੀ ਵੱਧ ਵਿਕਦਾ ਹੈ। ਔਰ ਸਾਨੂੰ ਹਰ ਸਾਲ ਚੀਨ ਦੇ ਨਾਲ 4 ਲੱਖ ਤੋਂ ਲੈ ਕੇ 5 ਲੱਖ ਕਰੋੜ ਦਾ ਸਾਲਾਨਾ ਘਾਟਾ ਪੈ ਰਿਹਾ ਹੈ। ਇਸ ਸਾਲ, ਜਦੋਂ ਪਿਛਲੇ ਸਾਲ ਅਸੀਂ ਫੌਜੀ ਵੀ ਸਾਡੇ ਮਰਾਏ ਨੇ ਇੱਕ ਦੂਜੇ ਨਾਲ, ਇਸ ਸਾਲ ਸਾਡਾ ਚੀਨ ਦੇ ਨਾਲ ਜਿਹੜਾ 9 ਮਹੀਨਿਆਂ 'ਚ ਉਹਨਾਂ ਘਾਟਾ ਹੋ ਗਿਆ ਵਪਾਰ ਦਾ, ਜਿੰਨਾ ਪਿਛਲੇ ਸਾਲ ਇੱਕ ਪੂਰੇ ਸਾਲ 'ਚ ਸੀ। $47 ਬਿਲੀਅਨ, ਲਗਭਗ ਸਮਝ ਲਵੋ ਕਿ 4 ਲੱਖ ਕਰੋੜ ਤੋਂ ਵੱਧ ਬਣਦਾ ਹੈ। ਤਾਂ ਜਿਹੜਾ ਇਹ 4 ਲੱਖ 5 ਲੱਖ ਕਰੋੜ ਦਾ ਘਾਟਾ ਸੀ ਉਸ ਦੇਸ਼ ਨਾਲ ਖਾ ਰਹੇ ਹਾਂ, ਗੁਆਂਢੀ ਨਾਲ, ਜਿਹੜਾ ਅੰਗਰੇਜ਼ੀ ਮਾਧਿਅਮ 'ਚ ਪੜ੍ਹਦਾ ਹੈ ਨਹੀਂ। ਜਿਹੜਾ ਅੰਗਰੇਜ਼ੀ 'ਚ ਪੜ੍ਹਦਾ ਵੀ ਹੈ, ਜਿਹੜੇ ਬੱਚੇ ਪੜ੍ਹਦੇ ਨੇ ਕੁਝ, ਉਹ ਵੀ ਹਫ਼ਤੇ 2 ਘੰਟੇ ਪੜ੍ਹਦੇ ਨੇ। ਤੇ ਔਰ ਦੂਜੀ ਗੱਲ ਆ, ਮੁੱਖ ਤੇ ਜਿਹੜੀ ਹੈ ਇਹਦੀ ਆ ਗੌਣ ਵਿਸ਼ੇ ਵਾਲੀ ਵੀ ਇੱਥੇ ਕਰਨੀ ਜ਼ਰੂਰੀ ਹੈ। ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਵਿਦੇਸ਼ੀ ਭਾਸ਼ਾ ਪੜ੍ਹਾਈ ਜਾਂਦੀ ਹੈ, ਕਿਧਰੇ ਵੀ ਵਿਦੇਸ਼ੀ ਭਾਸ਼ਾ ਮੁੱਖ ਵਿਸ਼ੇ ਵਜੋਂ ਨਹੀਂ ਪੜ੍ਹਾਈ ਜਾਂਦੀ। ਹਰ ਥਾਂ ਤੇ ਜਿਹੜੀ ਵਿਦੇਸ਼ੀ ਭਾਸ਼ਾ ਗੌਣ ਵਿਸ਼ੇ ਵਜੋਂ ਹੈ। ਔਰ ਸਾਰੀ ਦੁਨੀਆ ਦੇ ਵਿੱਚ ਮਾਤ ਭਾਸ਼ਾ ਜਿਹੜੀ ਹੈ, ਮੈਂ ਸਾਰੀ ਦੁਨੀਆ ਜਦੋਂ ਕਹਿਣਾ ਤਾਂ ਸਾਡੇ ਵਰਗੀ ਗਲੀ ਸੜੀ ਦੁਨੀਆ ਨਹੀਂ, ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਸਾਰੀ ਜਿਹੜੀ ਸਾਮਰਾਜ ਦੇ ਅਧੀਨ ਰਹੇ ਨੇ। ਮੇਰਾ ਦੁਨੀਆ ਦਾ ਭਾਵ ਹੈ ਕਿ ਜਿਹੜੇ ਕਾਮਯਾਬ ਦੇਸ਼ ਨੇ, ਕੋਰੀਆ, ਜਾਪਾਨ ਹੈ, ਰੂਸ, ਫਰਾਂਸ, ਅਮਰੀਕਾ, ਇੰਗਲੈਂਡ, ਸਾਰੇ ਨੇ। ਤਾਂ ਉਹ ਸਾਰੀ ਦੁਨੀਆ ਦੇ ਵਿੱਚ ਮਾਤ ਭਾਸ਼ਾ ਮੁੱਖ ਵਿਸ਼ਾ ਹੁੰਦੀ ਹੈ, ਔਰ ਮਾਤ ਭਾਸ਼ਾ ਮਾਧਿਅਮ 'ਚ ਪੜ੍ਹਾਈ ਹੁੰਦੀ ਹੈ। ਚੀਨ ਦੇ ਵਿੱਚ ਤੇ ਵਿਗਿਆਨ ਵੀ ਗੌਣ ਵਿਸ਼ਾ ਹੈ। ਤੁਹਾਨੂੰ ਹੈਰਾਨੀ ਹੋਏਗੀ ਸੁਣ ਕੇ ਕਿ ਛੋਟੀਆਂ ਜਮਾਤਾਂ ਦੇ ਵਿੱਚ, ਮਿਡਲ ਸਕੂਲ ਦੇ ਵਿੱਚ, ਬਦਲੇ ਪੱਧਰ ਤੇ, ਤਾਂ ਜਿਹੜਾ ਵਿਗਿਆਨ ਹੈ ਇਹ ਗੌਣ ਵਿਸ਼ਾ, ਮਾਈਨਰ ਵਿਸ਼ਾ ਹੈ। ਔਰ ਮਾਤ ਭਾਸ਼ਾ, ਚੀਨੀ ਭਾਸ਼ਾ ਤੇ ਗਣਿਤ, ਮੈਥ, ਇਹ 2 ਵਿਸ਼ੇ ਜਿਹੜੇ ਨੇ ਇਹ ਮੁੱਖ ਵਿਸ਼ੇ ਨੇ। ਇਹ ਨੇ ਜਿਹੜੇ ਕਾਮਯਾਬ ਦੇਸ਼ ਕਰ ਰਹੇ ਨੇ, ਔਰ ਮਾਰ ਵੀ ਇਹ ਕਹਿ ਰਹੇ ਨੇ। ਤਾਂ ਸਾਰੀ ਦੁਨੀਆ ਵਿਦੇਸ਼ੀ ਭਾਸ਼ਾ ਨੂੰ ਗੌਣ ਵਿਸ਼ੇ ਵਜੋਂ ਪੜ੍ਹਾਉਂਦੀ ਹੈ, ਮਾਈਨਰ ਵਜੋਂ ਪੜ੍ਹਾਉਂਦੀ ਹੈ। ਸਾਰੀ ਦੁਨੀਆ ਮਾਤ ਭਾਸ਼ਾ ਨੂੰ ਪਹਿਲੇ ਨੰਬਰ ਦਾ ਮੁੱਖ ਵਿਸ਼ਿਆਂ 'ਚੋਂ ਵੀ ਮੁੱਖ ਵਿਸ਼ਾ ਹੈ। ਮਤਲਬ ਮੈਥ ਤੇ ਗਣਿਤ ਜਿਹੜੇ ਨੇ, ਔਰ ਮੈਥ ਤੋਂ ਵੀ ਪਹਿਲਾਂ ਭਾਸ਼ਾ ਜਿਹੜੀ ਉਹ ਮੁੱਖ ਵਿਸ਼ਾ ਹੈ। ਅਸੀਂ ਆਪਣੀਆਂ ਭਾਸ਼ਾਵਾਂ ਨੂੰ ਸਮਝਣਾ ਵੀ ਇਹਨਾਂ ਦੀ ਲੋੜ ਹੀ ਕੋਈ ਨਹੀਂ। ਜਾਂ ਤਾਂ ਭਾਈ ਉਹ ਕਾਮਯਾਬ ਦੁਨੀਆ ਕਮਲੀ ਹੈ, ਤੇ ਜਾਂ ਆਪਾਂ ਕਮਲੇ ਆ, ਕਿਸੇ ਕਿਧਰੇ ਤੇ ਗੜਬੜ ਹੈ ਹੀ ਹੈ। ਪ੍ਰੋਫੈਸਰ ਸਾਹਿਬ, ਸਵਾਲ ਹੁਣ ਜਦੋਂ ਅਸੀਂ ਸੂਬਿਆਂ ਦੀਆਂ ਸਰਕਾਰਾਂ ਤੇ ਲਾ ਲਈਏ, ਪੰਜਾਬ ਸਰਕਾਰ ਤੇ ਜਦੋਂ ਲਾਉਂਦੇ ਆ, ਤਾਂ ਸਰਕਾਰ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਹਾਸੋ ਨਹੀਂ ਕਹਿ ਸਕਦੇ ਆ ਕਿ ਇੱਕ ਪਾਸੇ ਤਾਂ ਸਰਕਾਰਾਂ ਬਿਆਨ ਜਾਰੀ ਕਰਦੀਆਂ ਕਿ ਅਸੀਂ ਜੀ ਸਕੂਲਾਂ ਦੇ ਵਿੱਚ ਚੀਨੀ ਭਾਸ਼ਾ ਪੜ੍ਹਾਉਣੀ ਹੈ, ਜਾਂ ਅਸੀਂ ਹੋਰ ਮੁਲਕਾਂ ਦੀਆਂ ਭਾਸ਼ਾਵਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਐਡ ਕਰਨਾ। ਅਸੀਂ ਆਇਲਸ ਨੂੰ ਲੈ ਕੇ ਬੱਚਿਆਂ ਨੂੰ ਅੱਗੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਕਲਾਸਾਂ ਲੱਗਦੀਆਂ ਕਿ ਆਇਲਸ ਸਪੋਕਨ ਨੂੰ ਲੈ ਕੇ ਅਸੀਂ ਉਧਰੋਂ ਉਹਨਾਂ ਨੂੰ ਉਸ ਪਾਸੇ ਵੱਲ ਨੂੰ ਪ੍ਰਭਾਵਿਤ ਕਰਨਾ। ਗੱਲ ਇਹ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸਰਕਾਰ ਦੀ ਸੁਹਿਰਦਤਾ ਦੀ ਜਿਵੇਂ ਮੈਂ ਗੱਲ ਕਰ ਰਿਹਾ ਸੀ, ਉਹ ਕਿੰਨੀ ਕਾ, ਕਿਉਂਕਿ ਹੁਣ ਸਿੱਖਿਆ ਦਾ ਮਹਿਕਮਾ ਪ੍ਰਗਟ ਸਿੰਘ ਹੋਰਾਂ ਦੇ ਕੋਲ ਹੈ, ਉਮੀਦਾਂ ਆਸਾਂ ਬੜੀਆਂ ਨੇ। ਪਹਿਲਾਂ ਜਿਨ੍ਹਾਂ ਕੋਲ ਰਿਹਾ ਉਹਨਾਂ ਸਾਰਿਆਂ ਦੇ ਉੱਤੇ ਸਵਾਲ ਲਗਾਤਾਰ ਉੱਠਦੇ ਆਏ ਨੇ। ਮਹਿਕਮਾ ਕੋਈ ਵੀ ਕਿਸੇ ਵੀ ਮੰਤਰੀ ਕੋਲ ਚਲਾ ਜਾਏ,
ਸਵਾਲ ਅਕਸਰ ਉੱਠਦੇ ਨੇ ਕਿ ਤੁਸੀਂ ਆਪਣੇ ਮਹਿਕਮੇ 'ਚ ਸੁਧਾਰ ਦੇ ਲਈ ਕੀਤਾ ਕੀ? ਹੁਣ ਇਸ ਫੈਸਲੇ ਦੇ ਖਿਲਾਫ ਕੀ ਕੀਤਾ ਜਾ ਸਕਦਾ ਪੰਜਾਬ ਸਰਕਾਰ ਦੇ ਵੱਲੋਂ, ਪੰਜਾਬ ਦੇ ਸਿੱਖਿਆ ਮਹਿਕਮੇ ਵੱਲੋਂ, ਕਿ ਪੰਜਾਬੀ ਪੰਜਾਬ ਦੇ ਸਕੂਲਾਂ ਦੇ ਵਿੱਚ, ਪੰਜਾਬ ਦੇ ਵਿੱਚ ਕਿਵੇਂ ਬਚਾਈ ਜਾ ਸਕਦੀ ਹੈ? ਮੇਰੀ ਇੱਕ ਬੜੀ ਬੇਨਤੀ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ, ਮੰਤਰੀਆਂ ਨੂੰ ਵੀ, ਸਰਕਾਰਾਂ ਨੂੰ ਵੀ, ਕਿ ਬੇਨਤੀ ਹੈ ਵੇ ਕਿ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕਰਨ। ਅਸੀਂ 21ਵੀਂ ਸਦੀ ਨੂੰ ਗਿਆਨ ਦੀ, ਜਾਣਕਾਰੀ ਦੀ, ਇਹੋ ਜਿਹੇ ਸ਼ਬਦ ਵਰਤੇ ਗਏ, ਨੌਲੇਜ ਦੀ ਸੈਂਚੁਰੀ, ਆਪਣਾ ਇਨਫੋਰਮੇਸ਼ਨ ਦੀ ਸੈਂਚੁਰੀ, ਪਰ ਸਾਡੇ ਚੰਡੀਗੜ੍ਹ 'ਚ ਬੈਠੇ ਮੰਤਰੀ ਨੂੰ ਇਹ ਨਹੀਂ ਪਤਾ ਵੀ ਅੰਗਰੇਜ਼ੀ ਪੜ੍ਹਾਉਣ ਬਾਰੇ ਬ੍ਰਿਟਿਸ਼ ਕੌਂਸਲ ਕੀ ਆਉਂਦੀ ਹੈ। ਜੇ ਪਤਾ ਹੈ ਤਾਂ ਉਹਨੂੰ ਲਾਗੂ ਨਹੀਂ ਕਰ ਰਹੇ। ਤਾਂ ਮੇਰੀ ਪਹਿਲੀ ਬੇਨਤੀ ਤੇ ਨਾ ਸਾਰੀਆਂ ਸਰਕਾਰਾਂ ਨੂੰ, ਸਾਰਿਆਂ ਮਹਿਕਮਿਆਂ ਨੂੰ, ਇਹ ਭਾਈ ਪਹਿਲੀ ਗੱਲ ਤੇ ਮਿਹਰਬਾਨੀ ਕਰਕੇ ਥੋੜੀ ਜਾਣਕਾਰੀ ਹਾਸਲ ਕਰੋ ਵੀ ਠੀਕ ਗੱਲ ਕੀ ਹੈ। ਜੇ ਜਿਹੜੀਆਂ ਮੈਂ ਕਹਿ ਰਿਹਾ ਸਾਰੀਆਂ ਗੱਲਾਂ ਨੂੰ ਗਲਤ ਮੰਨੋ, ਪਰ ਪੜਤਾਲ ਕਰੋ ਔਰ ਜਾਣੋ ਵੀ ਠੀਕ ਕੀ ਹੈ। ਤੇ ਜੇ ਤੁਹਾਨੂੰ ਪਤਾ ਹੈ ਤੇ ਫਿਰ ਜਿਹੜੇ ਠੀਕ ਹੈ ਉਹਨੂੰ ਲਾਗੂ ਕਰੋ। ਇਹ ਭਾਸ਼ਾ ਦਾ ਮਾਮਲਾ ਨਹੀਂ ਹੈ ਸਿਰਫ, ਇਹਦੇ ਨਾਲ ਸਿੱਖਿਆ, ਸੱਭਿਆਚਾਰ, ਵਿਰਸਾ, ਬੰਦੇ ਦਾ ਬੰਦਾ ਬਣਾਉਣਾ, ਤੁਹਾਡਾ ਸਹਿਜ, ਤੁਹਾਡੇ ਆਪਣੇ ਲੋਕਾਂ ਦੇ ਨਾਲ ਜੁੜਨਾ। ਤੁਸੀਂ ਵੇਖੋ ਕਿ ਸੰਸਕ੍ਰਿਤ ਦਾ ਕੀ ਬਣਿਆ, ਤੇ ਸੰਸਕ੍ਰਿਤ ਨੂੰ ਜਿਹੜੀ ਸ਼ਹਿ ਦੇਣ ਵਾਲੀ ਜਮਾਤ ਸੀ ਉਹਦਾ ਕੀ ਬਣਿਆ। ਰੋਜ਼ ਅੱਜ ਕੱਲ੍ਹ ਤੁਸੀਂ ਮੀਡੀਆ ਦੇ ਵਿੱਚ ਉਹਨਾਂ ਵਿਚਾਰਿਆਂ ਭਰਾਵਾਂ ਦੇ ਨਾਂ ਲਾ ਕੇ ਬ੍ਰਾਹਮਣਵਾਦ, ਮੈਂ ਤਾਂ ਸ਼ਬਦ ਵਰਤਣਾ ਨਹੀਂ ਚਾਹੁੰਦਾ, ਇਸ ਕਰਕੇ ਮੈਂ ਤਾਂ ਮਨੋਵਾਦ ਜਾਂ ਵਰਨ ਪ੍ਰਥਾ ਵਰਤਣਾ। ਤਾਂ ਵਰਨ ਪ੍ਰਥਾ ਦੇ ਵਿੱਚ ਜਿਹੜਾ ਉਹ ਸੀ ਉਹਦਾ ਕੀ ਬਣਿਆ, ਤਾਂ ਸੰਸਕ੍ਰਿਤ ਦਾ ਕੀ ਬਣਿਆ? ਕਿਉਂ ਨਹੀਂ ਬਣਿਆ? ਕਿ ਸੰਸਕ੍ਰਿਤ ਜਿਹੜੀ ਉਹ ਲੋਕਾਂ ਦੀ ਭਾਸ਼ਾ ਨਹੀਂ ਸੀ। ਸਾਰਾ ਗਿਆਨ, ਸਾਰਾ ਸ਼ਾਸਤਰ, ਬੜਾ ਵੱਡਾ ਗਿਆਨ ਸੀ, ਕੋਈ ਇਹ ਨਹੀਂ ਘੱਟ ਗਿਆਨ ਸੀ। ਉਹ ਥੋੜੇ ਜਿਹੇ ਲੋਕਾਂ ਤੱਕ ਸੀਮਿਤ ਰਹਿ ਜਾਂਦਾ ਸੀ, ਲੋਕਾਂ ਤੱਕ ਗਿਆਨ ਜਗਿਆ ਹੀ ਨਹੀਂ। ਪਰ ਪਾਲੀ ਆਈ, ਉਸ ਤੋਂ ਬਾਅਦ ਮਹਾਤਮਾ ਬੁੱਧ ਆਏ, ਪਾਲੀ ਆਈ। ਵੇਖੋ ਪਾਲੀ ਦੇ ਆਉਣ ਤੋਂ ਬਾਅਦ, ਪ੍ਰਾਕ੍ਰਿਤਾ ਦੇ ਆਉਣ ਤੋਂ ਬਾਅਦ ਗਿਆਨ ਭਾਰਤ ਦੇ ਵਿੱਚ ਕਿੰਨਾ ਫੈਲਿਆ। ਇੰਨਾ ਫੈਲਿਆ ਕਿ ਬੁੱਧ ਮਤ ਇੱਕ ਐਸਾ ਮਤ ਹੈ, ਵੇਖੋ ਸਾਡੇ ਦੇਸ਼ ਦੇ ਵਿੱਚ ਪੈਦਾ ਹੋਇਆ, ਜਿੰਨੇ ਪਤਾ ਨਹੀਂ ਕਿੰਨੇ ਦੇਸ਼ ਜਿੱਤ ਲਏ। ਚੀਨ ਜਿੱਤ ਲਿਆ, ਜਾਪਾਨ ਜਿੱਤ ਲਿਆ, ਕਿੱਥੋਂ ਤੱਕ ਬੁੱਧ ਮਤ ਫੈਲਿਆ। ਅਸੀਂ ਮਤਲਬ ਉਸ ਬੁੱਧ ਮਤ ਦੀ, ਔਰ ਉਹਦੀ ਕਾਰਨ ਕੀ ਸੀ ਕਿ ਬੁੱਧ ਮਤ ਨੇ ਆਪਣੀਆਂ ਭਾਸ਼ਾਵਾਂ ਨੂੰ, ਖਾਸ ਤੌਰ ਤੇ ਪਾਲੀ ਪ੍ਰਾਕ੍ਰਿਤ ਨੂੰ, ਜਿਹੜੀ ਉਸ ਟਾਈਮ ਤੇ ਬਹੁਤ ਜ਼ਿਆਦਾ ਸਮਝੀ ਜਾਂਦੀ ਸੀ, ਖਾਸ ਤੌਰ ਤੇ ਉੱਤਰੀ ਭਾਰਤ ਦੇ ਵਿੱਚ, ਤਾਂ ਉਹਨੂੰ ਅਪਣਾਇਆ ਔਰ ਗਿਆਨ ਫੈਲਿਆ, ਔਰ ਉਹਦੇ ਨਾਲ ਅਸੀਂ ਬਹੁਤ ਤਰੱਕੀ ਕੀਤੀ। ਔਰ ਜਿਹੜੇ ਠੀਕ ਗੱਲ ਹੈ ਉਹਨੂੰ ਲਾਗੂ ਕੀਤਾ ਜਾਏ। ਔਰ ਦੂਜੀ ਗੱਲ ਜਿਹੜੀ ਆਪਣੇ ਪੱਧਰ ਤੇ ਆਪਾਂ ਕਰ ਸਕਦੇ ਹਾਂ ਕਿ ਲੋਕ ਆਪਣੇ ਸਕੂਲਾਂ ਨੂੰ ਸੰਭਾਲਣ, ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਸੰਭਾਲਣ, ਉੱਥੇ ਅਧਿਆਪਕਾਂ ਦੀ ਮੰਗ ਕਰਨ, ਔਰ ਥੋੜਾ ਡਰ ਲਾਉਣ ਇਸ ਅੰਗਰੇਜ਼ੀ ਦਾ, ਔਰ ਸਮਝਣ ਇਸ ਗੱਲ ਨੂੰ ਕਿ ਉਹਨਾਂ ਦੇ ਬੱਚੇ ਤਾਂ ਹੀ ਵੱਡੇ ਪੱਧਰ ਤੇ, ਉੱਚੇ ਪੱਧਰ ਤੇ ਪਹੁੰਚ ਸਕਣਗੇ, ਚੰਗੀ ਤਰ੍ਹਾਂ ਪੜ੍ਹਾਈ ਕਰ ਸਕਣਗੇ, ਜੇ ਉਹ ਆਪਣੀ ਭਾਸ਼ਾ 'ਚ ਪੜ੍ਹਨਗੇ। ਤੇ ਇਸ ਕਰਕੇ ਆਪਣੀ ਭਾਸ਼ਾ ਦੇ ਸਕੂਲਾਂ ਨੂੰ ਲੋਕ ਸੰਭਾਲਣ। ਔਰ ਤੁਸੀਂ ਵੇਖਣਾ ਕਿ ਜੇ ਸਾਡੇ ਸਰਕਾਰੀ ਸਕੂਲ ਨੇ, ਜੋ ਸਾਧਨ ਅਧਿਆਪਕ ਸਾਰਾ ਉਸੇ ਤਰ੍ਹਾਂ ਹੀ ਪੜ੍ਹਾਈ ਹੋਵੇ ਜਿਵੇਂ ਨਿੱਜੀ ਸਕੂਲਾਂ ਦੇ ਵਿੱਚ ਹੁੰਦੀ ਹੈ। ਔਰ ਭਾਵੇਂ ਕੋਈ ਬੱਚੇ ਉਹਨਾਂ ਦਾ ਪਿਛੋਕੜ ਇਹੋ ਜਿਹਾ ਹੁੰਦਾ ਹੈ, ਸਮਾਜਿਕ ਗਰੀਬਾਂ ਦੇ ਅੰਦਰ ਉਹਨਾਂ ਕੋਲ ਸਾਧਨ ਨਹੀਂ ਹੁੰਦੇ, ਫਿਰ ਵੀ ਉਹ ਇਹਨਾਂ ਨਾਲ ਪੂਰਾ ਮੁਕਾਬਲਾ ਕਰਨਗੇ। ਤੇ ਇੱਕ ਤੇ ਸਕੂਲਾਂ ਨੂੰ ਸੰਭਾਲਣਾ ਚਾਹੀਦਾ ਹੈ ਉੱਥੇ, ਔਰ ਉਹਨਾਂ ਤੇ ਵਿਸ਼ਵਾਸ ਕਰਕੇ ਮਾਂ ਬੋਲੀ ਉਹਨਾਂ ਸਕੂਲਾਂ 'ਚ ਬੱਚਿਆਂ ਨੂੰ ਕੱਲਣ। ਔਰ ਇਸ ਲਈ ਗੱਲ ਤੇ ਹੈ ਕਿ ਜਿਹੜਾ ਸਹੀ, ਜੋ ਸਾਰੀ ਦੁਨੀਆ ਦੇ ਵਿੱਚ ਹੈ ਕਿ ਇੱਕ ਸਕੂਲ ਹੈ ਜੇ ਪਿੰਡ ਦਾ, ਤੇ ਸਾਰੇ ਪਿੰਡ ਦੇ ਬੱਚੇ ਉੱਥੇ ਜਾਣ, ਚਾਹੇ ਕੋਈ ਗਰੀਬ ਦਾ, ਚਾਹੇ ਅਮੀਰ ਦਾ, ਚਾਹੇ ਕੋਈ ਨੇਤਾ ਦਾ, ਚਾਹੇ ਕੋਈ ਕਿਸਾਨ ਦਾ, ਚਾਹੇ ਮਜ਼ਦੂਰ ਦਾ, ਉਹਦੇ ਨਾਲ ਹੀ ਸਾਰੀ ਜਿਹੜੀ ਕਹਾਣੀ ਠੀਕ ਹੋ ਜਾਏਗੀ। ਦੂਜੀ ਗੱਲ ਇਹ ਹੈ ਕਿ ਆਪਾਂ ਆਪਣੀ ਭਾਸ਼ਾ ਦੇ ਮਹੱਤਵ ਨੂੰ ਸਮਝ ਕੇ, ਸਿਰਫ ਗੱਲਬਾਤ ਦਾ ਸਾਧਨ ਨਹੀਂ ਹੈ, ਭਾਸ਼ਾ ਬੰਦਾ ਹੈ। ਭਾਸ਼ਾ ਗਈ ਤੇ ਬੰਦਾ ਹੀ ਗਿਆ। ਹਾਂਜੀ, ਤੁਹਾਡੇ ਅੰਦਰੋਂ ਤੁਹਾਡਾ ਇਤਿਹਾਸ ਚਲਾ ਗਿਆ, ਤੁਹਾਡਾ ਵਿਰਸਾ ਚਲਾ ਗਿਆ, ਤੁਹਾਡੇ ਅੰਦਰੋਂ ਕਹਾਣੀਆਂ, ਤੁਹਾਡੇ ਬਹਾਦਰਾਂ ਦੀਆਂ, ਤੁਹਾਡੇ ਅੰਦਰ ਸਾਰੀਆਂ ਨੈਤਿਕਤਾ ਦੀਆਂ ਜਿਹੜੀਆਂ ਕਹਾਣੀਆਂ ਨੇ, ਜਾਂ ਹੋਰ ਜਿਹੜਾ ਉਹ ਸਾਰੀ ਜਿਹੜੀ ਪੁਸ਼ਤੈਨੀ ਸਮਝ ਹੈ, ਹਜ਼ਾਰਾਂ ਸਾਲਾਂ ਦੀ ਅਖਾਣਾਂ ਰਾਹੀਂ, ਮੁਹਾਵਰਿਆਂ ਰਾਹੀਂ ਸਾਡੇ ਤੱਕ ਪਹੁੰਚਦੀ ਆਈ ਹੈ, ਤਾਂ ਉਹ ਸਾਰੀ ਗਈ ਤੇ ਖਤਮ ਹੈ। ਬੁੱਢੋ ਸੁੱਢੋ ਸ਼ੁਰੂ ਕਰਨ ਵਾਲੀ ਗੱਲ ਇੰਝ ਹੈ ਕਿ ਬਣੇ ਘਰ ਨੂੰ ਢਾਹ ਕੇ ਤੇ ਹਟ ਕੇ ਫਿਰ ਜਿਹੜਾ ਬੁੱਢੋ ਸੁੱਢੋ ਜਿਹੜਾ ਨਵੀਂ ਕਮਾਈ ਕਰਾਂਗੇ ਤੇ ਫਿਰ ਘਰ ਬਣਾਵਾਂਗੇ। ਤੇ ਇਸ ਕਰਕੇ ਭਾਸ਼ਾ ਇੱਕ ਸਿੱਧੀ ਜਿਹੀ ਕਹਾਣੀ ਨਹੀਂ ਹੈ, ਇਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ। ਦੂਜੀ ਗੱਲ ਜਿਹੜੀ ਤਾਕਤ ਦੀ ਵੰਡ ਹੈ, ਜੇ ਇੱਕ ਭਾਸ਼ਾ ਕੋਲ ਤਾਕਤ ਦੀ ਵੰਡ ਹੈ, ਤਾਕਤ ਦੀ ਵੰਡ ਜਿੰਨਾ ਚਿਰ ਭਾਰਤ ਤਾਂ ਹੀ ਠੀਕ ਤਰ੍ਹਾਂ ਨਾਲ ਵਿਕਾਸ ਕਰ ਸਕੇਗਾ ਜੇ ਇੱਥੇ ਅਮਨ ਮਾਨ ਹੈ, ਜੇ ਇੱਥੇ ਸਾਰੇ ਸਮਝਦੇ ਨੇ ਕਿ ਸਾਡਾ ਇਸ ਦੇਸ਼ ਦੇ ਵਿੱਚ ਬਰਾਬਰ ਦਾ ਹਿੱਸਾ ਹੈ, ਸਾਨੂੰ ਬਰਾਬਰ ਦੀ ਥਾਂ ਮਿਲਦੀ ਹੈ, ਅਸੀਂ ਵਾਧੂ ਦੀਆਂ ਲੜਾਈਆਂ ਝਗੜਿਆਂ ਟਕਰਾਵਾਂ ਤੋਂ ਬਚਾਂਗੇ, ਔਰ ਆਪਣੀ ਸਾਰੀ ਊਰਜਾ ਜਿਹੜੀ ਹੈ ਆਪਣੀ ਸਿੱਖਿਆ ਦੇ ਵਿੱਚ, ਆਪਣੀ ਹੁਨਰ ਹਾਸਲ ਕਰਨ ਦੇ ਵਿੱਚ, ਗਿਆਨ ਵਿਗਿਆਨ ਤਕਨੀਕ ਹਾਸਲ ਕਰ ਚਲਾਵਾਂਗੇ, ਤਾਂ ਅਸੀਂ ਅੱਗੇ ਵਧਾਂਗੇ, ਸਾਰਾ ਦੇਸ਼ ਅੱਗੇ ਵਧੇਗਾ। ਨਹੀਂ ਤੇ ਜੇ ਇਹ ਜਿਹੜੀਆਂ ਕਿਸੇ ਭਾਸ਼ਾ ਨੂੰ ਭਾਰਤ ਦੀ ਵੱਧ ਭਾਸ਼ਾ ਮੰਨਣਾ ਤੇ ਕਿਸੇ ਭਾਸ਼ਾ ਨੂੰ ਘੱਟ ਭਾਸ਼ਾ ਮੰਨਣਾ, ਇਹ ਬਹੁਤ ਹੀ ਭਾਰਤ ਵਰਗੇ ਬਹੁ ਕੌਮੀ ਦੇਸ਼ ਦੇ ਵਿੱਚ ਜਿਹੜਾ ਬਹੁ ਸੱਭਿਆਚਾਰੀ ਹੈ, ਬਹੁ ਨਸਲੀ ਹੈ, ਕਿੰਨੀਆਂ ਨਸਲਾਂ ਨੇ,
ਤਾਂ ਇਹੋ ਜਿਹੀ ਜਿਹੜੀ ਨੀਤੀ ਹੈ ਇਹ ਬਹੁਤ ਨੁਕਸਾਨਦੇਹ ਹੋਵੇਗੀ ਔਰ ਇਹ ਜਿਹੜਾ ਸਾਨੂੰ ਉਹਦੇ ਸਾਰਿਆਂ ਨੂੰ ਬਹੁਤ ਵੱਡੇ ਨੁਕਸਾਨ ਹੋਣਗੇ। ਤੇ ਇਸ ਲਈ ਜ਼ਰੂਰੀ ਹੈ ਕਿ ਜਿਹੜੀ ਇੱਕ ਸਹਿਮਤੀ ਬਣੀ ਸੀ ਕਿ ਭਾਰਤ ਇੱਕ ਬਹੁ ਕੌਮੀ ਦੇਸ਼ ਹੈ, ਸਾਰੀਆਂ ਕੌਮਾਂ ਦੀ ਇੱਥੇ ਬਰਾਬਰ ਥਾਂ ਹੈ, ਸਾਰੀਆਂ ਭਾਸ਼ਾਵਾਂ ਦੀ ਬਰਾਬਰ ਥਾਂ ਹੈ, ਤਾਂ ਹਰ ਇੱਕ ਭਾਸ਼ਾ ਨੂੰ ਬਰਾਬਰ ਥਾਂ ਦਿੱਤੀ ਜਾਏ। ਹੁਣ ਤੁਸੀਂ ਵੇਖੋ ਹਿੰਦੀ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਹੈ। ਤਾਂ ਕੋਈ ਜ਼ਮਾਨਾ ਸੀ, ਹਾਲੇ ਵੀ ਜਿਹੜਾ IAS ਦਾ ਮੁੱਢਲਾ ਇਮਤਿਹਾਨ ਹੈ ਪ੍ਰੀਲਿਮਿਨਰੀ, ਉਹ ਅੰਗਰੇਜ਼ੀ ਤੇ ਹਿੰਦੀ 'ਚ ਹੀ ਹੁੰਦਾ ਹੈ। ਇਹਦਾ ਮਤਲਬ ਹੈ ਕਿ ਜਿਹੜੇ ਬੱਚਿਆਂ ਦੀ ਭਾਸ਼ਾ ਹਿੰਦੀ ਹੈ, ਮਾਤ ਭਾਸ਼ਾ ਹਿੰਦੀ ਹੈ, ਤਾਂ ਉਹਨੂੰ ਲਾਭ ਹੋ ਗਿਆ, ਉਹ ਉਹਨਾਂ ਲਈ ਸੌਖਾ ਹੋ ਜਾਏਗਾ ਇਮਤਿਹਾਨ ਕੱਢਣਾ। ਤਾਂ ਇਹ ਤੇ ਸਾਡਾ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ, ਜਿਹਨੂੰ ਅਸੀਂ ਪ੍ਰੀਐਂਬਲ ਕਹਿੰਦੇ ਹਾਂ, ਅੰਗਰੇਜ਼ੀ ਪ੍ਰੀਐਂਬਲ ਆਉਂਦੇ ਨੇ, ਪ੍ਰਸਤਾਵਨਾ ਦੀ ਉਲੰਘਣਾ ਹੈ। ਉਹਦੇ ਵਿੱਚ ਵੀ ਮੌਕੇ ਦੀ ਸਮਾਨਤਾ, ਹਰ ਤਰ੍ਹਾਂ ਦੀ ਜਿਹੜੀ ਸਮਾਨਤਾ ਆ, ਉਹ ਉਹਦਾ ਮੂਲ ਹੈ ਸਾਡੇ ਸੰਵਿਧਾਨ ਦਾ। ਤੇ ਕੋਈ ਵੀ ਐਸਾ ਕਾਨੂੰਨ, ਕੋਈ ਵੀ ਐਸੀ ਨੀਤੀ ਜਿਹੜੀ ਬਰਾਬਰ ਸਮਾਨਤਾ ਦੇ ਮੌਕਿਆਂ ਨੂੰ ਭੰਗ ਕਰਦੀ ਹੈ ਜਾਂ ਮੌਕੇ ਇੱਕੋ ਜਿਹੇ ਨਹੀਂ ਰਹਿਣ ਦਿੰਦੀ, ਕਿਸੇ ਨੂੰ ਲਾਭ ਹੋ ਜਾਂਦਾ ਕਿਸੇ ਨੂੰ ਨਹੀਂ ਹੁੰਦਾ, ਉਹ ਸਾਡੇ ਸੰਵਿਧਾਨ ਦੇ ਖਿਲਾਫ ਹੈ। ਔਰ ਇਹ ਸੰਵਿਧਾਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਇਸ ਕਰਕੇ ਨਹੀਂ ਪਾਈਆਂ ਕਿ ਬੜੀਆਂ ਸੋਹਣੀਆਂ ਲੱਗਣ ਵਾਲੀਆਂ ਗੱਲਾਂ ਨੇ, ਇਸ ਕਰਕੇ ਪਾਈਆਂ ਗਈਆਂ ਨੇ ਕਿ ਉਹ ਸਮਝਦੇ ਸਨ ਕਿ ਭਾਰਤ ਜਿਹੜਾ, ਜੋ ਭਾਰਤ ਦੀ ਹਕੀਕਤ ਹੈ, ਇੱਕ ਬਹੁ ਕੌਮੀ ਦੇਸ਼ ਹੈ, ਇਹਦੇ ਲਈ ਕਿਵੇਂ ਦਾ ਇੱਕ ਰਾਜਸੀ ਢਾਂਚਾ ਚਾਹੀਦਾ ਹੈ, ਕਿਵੇਂ ਦਾ ਪ੍ਰਸ਼ਾਸਨਿਕ ਢਾਂਚਾ ਚਾਹੀਦਾ ਹੈ। ਉਹਦੇ ਮੁਤਾਬਕ ਇਹੋ ਜਿਹੀਆਂ ਜਿਹੜਾ ਭਾਰਤ ਦੇ ਵਿੱਚ ਬਹੁਤ ਚੀਜ਼ਾਂ ਇਹੋ ਜਿਹੀਆਂ ਪਾਈਆਂ ਗਈਆਂ ਸਨ, ਭਾਵੇਂ ਉਹ ਵੀ ਘੱਟ ਸਨ, ਕਿ ਜਿਨ੍ਹਾਂ ਨੂੰ ਅਸੀਂ ਸੰਘਵਾਦ ਕਹਿੰਦੇ ਹਾਂ, ਫੈਡਰਲ ਢਾਂਚਾ ਆਦੇ ਹਾਂ। ਤਾਂ ਉਹ ਫੈਡਰਲ ਢਾਂਚੇ ਨੂੰ ਜਿਹੜਾ ਝਟਾਇਆ ਗਿਆ ਹੈ 50 ਤੋਂ ਬਾਅਦ, ਉਹਨੂੰ ਬਹਾਲ ਕਰਨ ਦੀ ਬੜੀ ਲੋੜ ਹੈ ਔਰ ਉਹਨੂੰ ਹੋਰ ਤਗੜਾ ਕਰਨ ਦੀ ਲੋੜ ਹੈ। ਉਹ ਵੀ ਬਹੁਤ ਘੱਟ ਸੀ, ਕਿਉਂਕਿ ਉਦੋਂ ਆਜ਼ਾਦੀ ਦੀ ਲਹਿਰ ਦੇ ਵਿੱਚ ਐਸਾ ਹੈ ਕਿ ਲੋਕਾਂ ਦੇ ਅੰਦਰ ਭਾਵਨਾ ਸੀ ਅੰਗਰੇਜ਼ਾਂ ਦੇ ਵਿਰੋਧ ਦੀ, ਤਾਂ ਬਾਕੀ ਸਾਡੇ ਜਿਹੜੇ ਮਸਲੇ ਸਨ ਨਾ, ਇਹ ਉੱਠੇ ਨਹੀਂ, ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ। ਆ ਤੁਹਾਡੇ ਸਾਹਮਣੇ ਨੇ ਕੱਲ ਪਰਸੋਂ ਹੀ ਨਤੀਜੇ ਆਏ ਨੇ ਆਇਰਲੈਂਡ ਦੇ ਜਿਹੜੇ ਨੇ ਆਪਣੀ ਵੋਟਾਂ ਦੇ, ਤਾਂ ਉੱਥੇ ਸਿਨ ਫੈਨ ਜਿੱਤ ਗਏ ਨੇ। ਤਾਂ ਸਿਨ ਫੈਨ ਜਿਹੜੇ ਤੁਹਾਨੂੰ ਪਤਾ ਹੀ ਹੈ, ਪਹਿਲਾਂ ਤਾਂ ਅੱਤਵਾਦੀ ਗਤੀ ਉਹਨਾਂ ਦਾ ਢੰਗ ਤਰੀਕਾ ਹੁੰਦਾ ਸੀ, ਚਲੋ, ਤਾਂ ਹੁਣ ਤਾਂ ਉਹ ਚਲੋ ਚੋਣਾਂ 'ਚ ਹਿੱਸਾ ਲੈਂਦੇ ਨੇ। ਤਾਂ ਕੈਟਾਲੂਨੀਆ ਵੇਖ ਲਓ, ਸਕਾਟਲੈਂਡ, ਇੰਗਲੈਂਡ ਦਾ ਇੰਨਾ ਅਮੀਰ ਮੁਲਕ, ਐਡਾ ਵੱਡਾ ਮੁਲਕ, 5ਵੇਂ ਨੰਬਰ ਦੀ ਹਾਲੇ ਵੀ ਇੰਗਲੈਂਡ ਦੀ ਹੱਥਚਾਰਾ ਹੈ ਇਸ ਦੁਨੀਆ ਦੇ ਵਿੱਚ, 5ਵੇਂ ਨੰਬਰ ਦਾ। ਤਾਂ ਸਕਾਟਲੈਂਡ ਵੱਖ ਹੋਣ ਨੂੰ ਫਿਰਦਾ। ਤਾਂ ਕਾਰਨ ਕੀ ਹੈ ਕਿ ਇੰਗਲੈਂਡ, ਸਕਾਟਲੈਂਡ ਇੱਕ ਵੱਖਰੀ ਜਿਹੜੀ ਸਕਾਟਿਸ਼ ਕੌਮ ਹੈ, ਜਿਹੜੀ ਇੰਗਲਿਸ਼ ਅੰਗਰੇਜ਼ ਵੱਖਰੀ ਕੌਮ ਹੈ, ਵੈਲਸ਼ ਵੱਖਰੀ ਕੌਮ ਹੈ, ਆਇਰਿਸ਼ ਵੱਖਰੀ ਕੌਮ ਹੈ। ਇਸ ਤਰ੍ਹਾਂ ਸਪੇਨ ਦੇ ਵਿੱਚ ਕੈਟਾਲੂਨੀਅਨ ਜਿਹੜੇ ਨੇ ਉਹ ਵੱਖਰੀ ਕੌਮ ਨੇ। ਮੈਂ ਖੁਦ ਸਪੇਨ 'ਚ ਗਿਆ ਤੇ ਮੈਂ ਕਿਹਾ ਆਰ ਯੂ ਸਪੇਨੀ, ਮੈਂ ਪੁੱਛਿਆ ਤੁਸੀਂ ਸਪੇਨੀ ਹੋਣਾ, ਕਹਿੰਦਾ ਨਹੀਂ ਮੈਂ ਤਾਂ ਕੈਟਾਲੂਨੀਅਨ ਆ। ਇਹ ਮਤਲਬ ਇਹ 92 ਦੀ ਗੱਲ ਹੈ। ਤਾਂ ਇਸ ਕਰਕੇ ਇਹ ਜਿਹੜੀ ਸਾਡੀਆਂ ਪਛਾਣਾਂ ਨੇ, ਸਾਡਾ ਸੱਭਿਆਚਾਰ ਹੈ, ਉਹ ਸਿਰਫ ਇੱਕ ਭਾਵੁਕਤਾ ਦੀ ਗੱਲ ਨਹੀਂ ਹੈ। ਅਸੀਂ ਪੰਜਾਬੀ ਪਛਾਣ ਨੂੰ ਛੱਡਦੇ ਹਾਂ ਤੇ ਇਹਦਾ ਮਤਲਬ ਜੋ ਪੰਜਾਬ ਦੀਆਂ ਹਜ਼ਾਰਾਂ ਪੀੜ੍ਹੀਆਂ ਨੇ ਹੁਣ ਤੱਕ ਦੀ ਕਮਾਈ ਕੀਤੀ ਹੈ, ਉਹਨੂੰ ਅਸੀਂ ਖੂਜ ਪਾਉਂਦੇ ਹਾਂ, ਹੈ ਨਾ ਜੀ। ਜੇ ਸਾਨੂੰ ਭਾਸ਼ਾ ਹੀ ਨਹੀਂ ਆਉਂਦੀ ਤੇ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਪੜਾਂਗੇ, ਕੀ ਆਪਾਂ ਬਾਬਾ ਨਾਨਕ ਦੀ ਸੋਚ ਨੂੰ ਸਮਝਾਂਗੇ, ਤੇ ਕੀ ਅਸੀਂ ਆਪਣੇ ਇਤਿਹਾਸ, ਬੰਦਾ ਇਤਿਹਾਸ ਨਾਲ, ਜਿਵੇਂ ਮੈਂ ਕਿਹਾ ਸੀ, ਜੇ ਬੰਦੇ ਦੇ ਅੰਦਰੋਂ ਇਤਿਹਾਸ ਕੱਢ ਦਈਏ ਤਾਂ ਮਸ਼ੀਨ ਹੈ, ਕੋਰੀ ਮਸ਼ੀਨ ਹੈ, ਤਾਂ ਫਿਰ ਬੰਦਾ ਕੀ ਰਹਿ ਗਿਆ, ਹੈ ਜੀ। ਤਾਂ ਇਸ ਕਰਕੇ ਬਹੁਤ ਗੰਭੀਰ ਮਸਲੇ ਨੇ, ਸਧਾਰਨ ਮਸਲੇ ਨਹੀਂ ਹਨ। ਪਰ ਇਹ ਸਮਝਿਆ ਜਾ ਰਿਹਾ ਕਿ ਚਲੋ ਉਸ ਵੇਲੇ ਸੰਵਿਧਾਨ ਬਣ ਗਿਆ, ਉਹਦੇ 'ਚ ਵੀ ਜਿਹੜਾ ਮਾੜਾ ਮੋਟਾ ਰਾਜਾ ਨੂੰ ਹੱਕ ਮਿਲੇ ਸਨ ਉਹ ਵੀ ਖੋਲੇ ਗਏ, ਪਰ ਇਹਦੇ ਨਤੀਜੇ ਬਹੁਤ ਸਾਰਿਆਂ ਲਈ, ਆਪਾਂ ਲਈ ਬਹੁਤ ਨੁਕਸਾਨਦੇਹ ਹੋਣਗੇ। ਆਪਾਂ ਸਾਰੇ ਭਾਈਚਾਰੇ ਬਰਾਬਰ ਦੇ ਭਾਈ ਬਣ ਕੇ, ਸਾਰੇ ਜਿਹੜੀਆਂ ਬਹੁਤ ਵੱਖਰੇ ਕੌਮੀਅਤਾਂ ਨੇ, ਇੱਕੋ ਜਿਹੇ ਹੱਕ ਸਾਰਿਆਂ ਦੇ ਹੋਣ ਔਰ ਕਿਸੇ ਨੂੰ ਇਹ ਨਾ ਲੱਗੇ। ਬਲਕਿ ਜਿਹੜਾ ਘੱਟ ਗਿਣਤੀ ਹੈ, ਛੋਟਾ ਹੈ, ਮੈਂ ਕਹਿੰਦਾ ਕਿ ਪੰਜਾਬੀ ਨਾਲੋਂ ਮੇਰੀ ਚਿੰਤਾ ਜਿਹੜੀ ਹੈ ਰਾਜਸਥਾਨੀ ਦੀ ਜ਼ਿਆਦਾ ਹੈ, ਮੇਰੀ ਚਿੰਤਾ ਗੜਵਾਲੀ ਦੀ ਜ਼ਿਆਦਾ ਹੈ, ਮੇਰੀ ਚਿੰਤਾ ਭੋਜਪੁਰੀ ਦੀ ਜ਼ਿਆਦਾ ਹੈ, ਕਿਉਂਕਿ ਉਹਨਾਂ ਵਿਚਾਰਿਆਂ ਤੇ ਭਾਸ਼ਾ ਵਿੱਚ ਮਾਨਤਾ ਵੀ ਹਾਲੇ ਨਹੀਂ ਮਿਲੀ। ਸਾਨੂੰ ਮਾਨਤਾ ਮਿਲੀ ਹੋਈ ਹੈ, ਪੰਜਾਬ 'ਚ ਮਾੜੀ ਚੰਗੀ ਪੜ੍ਹਾਈ ਜਾ ਰਹੀ ਹੈ, ਅੱਧੇ ਸਕੂਲ ਪੰਜਾਬੀ 'ਚ ਪੜ੍ਹਾ ਰਹੇ ਨੇ, ਸਰਕਾਰ ਕੁਝ ਮਾੜਾ ਮੋਟਾ ਕੰਮ ਪੰਜਾਬੀ 'ਚ ਕਰਦੀ ਹੈ, ਸਾਹਿਤ ਸਾਰਾ ਕੁਝ ਹੋ ਰਿਹਾ, ਅਖਬਾਰਾਂ ਨਿਕਲਦੀਆਂ ਨੇ। ਪਰ ਸੋਚੋ, ਜਿਨ੍ਹਾਂ ਨੂੰ ਮਾਨਤਾ ਹੀ ਨਹੀਂ ਮਿਲੀ, ਉਹਨਾਂ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ, ਸਾਡੀਆਂ ਪੰਜਾਬੀ ਵਰਗੀਆਂ ਭਾਸ਼ਾਵਾਂ ਤੋਂ ਪਹਿਲਾਂ ਬਣਦੀ ਹੈ। ਤੇ ਜੇ ਸਾਡੀਆਂ ਭਾਸ਼ਾ ਹੀ ਨਹੀਂ ਬਚੀਆਂ, ਸਾਡੇ ਸੱਭਿਆਚਾਰ ਨਹੀਂ ਬਚੇ, ਸਾਡਾ ਇਤਿਹਾਸ ਵਿਰਸਾ ਸਾਡਾ ਉਹ ਹੀ ਨਹੀਂ ਬਚਿਆ, ਤੇ ਭਾਰਤ ਨੂੰ ਅੱਗੇ ਕਿੰਨਾ ਕੁਛ ਲੈ ਕੇ ਜਾਵਾਂਗੇ। ਔਰ ਇਹਦੇ ਨਾਲ ਜਦੋਂ ਇਹ ਸਥਿਤੀ ਪੈਦਾ ਹੋਏਗੀ, ਜਿਵੇਂ ਹੁਣ ਦਿਨੋਂ ਦਿਨ ਜਿਹੜੀ ਜਿਉਂ ਕੇਂਦਰ ਜਿਹੜਾ ਆ ਉਹ ਧੌਂਸ ਵਧੀ ਜਾਂਦੀ ਹੈ ਔਰ ਕੇਂਦਰੀਕਰਨ ਹੁੰਦਾ ਜਾਂਦਾ ਸਾਰੇ ਕਾਸੇ ਦਾ, ਤੇ ਇਹਦੇ ਨਾਲ ਸਾਡੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਵਧਣਗੀਆਂ ਔਰ ਆਪਾਂ ਆਪਣੀ ਊਰਜਾ ਐਵੇਂ ਖਾਮਖਾ ਜਿਹੜੀ ਹੈ ਉਹਦੇ ਵਿੱਚ ਲਾਵਾਂਗੇ। ਅਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਕੋਈ ਅਸੀਂ ਨੀਤੀ ਐਸੀ ਜਿਹੜੀ ਹੈ ਨਾ ਕਰੀਏ ਜਿਹਦੇ ਨਾਲ ਸਾਡੀ ਊਰਜਾ ਅਜਾਈ ਆਪਸੀ ਜਿਹੜੀ ਹੈ ਟਕਰਾਵਾਂ ਦੇ ਵਿੱਚ ਜਾਂ ਆਪਸੀ ਹਿੱਤਾਂ ਦੇ ਜਿਹੜੇ ਨੇ ਉਹਨੂੰ ਬਚਾਉਣ ਦੇ ਵਿੱਚ ਸਾਡੀ ਊਰਜਾ ਲੱਗੇ। ਤਾਂ ਇਹ ਮੇਰੀ ਬੇਨਤੀ ਹੈ ਕਿ ਇੱਕ ਮੈਂ ਸਾਰੇ ਘੱਟੋ ਘੱਟ ਆਪਣੀ ਆਪਾਂ ਮਾਂ ਬੋਲੀ 'ਚ ਕੰਮ ਕਰੀਏ। ਤੁਸੀਂ ਜੇ ਫੇਸਬੁੱਕ, ਵਟਸਐਪ, ਗੂਗਲ ਸਾਰਾ ਕੁਝ ਪੰਜਾਬੀ 'ਚ ਵਰਤੋਗੇ ਤਾਂ ਉਹਨਾਂ ਨੂੰ ਵੀ ਪਤਾ ਲੱਗੇਗਾ ਪੰਜਾਬੀ 'ਚ ਬਹੁਤ ਲੋਕ ਵਰਤਦੇ ਪਏ ਨੇ।
ਤਾਂ ਉਹ ਫਿਰ ਆਪਣੇ ਆਪ ਤੁਹਾਨੂੰ ਪ੍ਰੋਗਰਾਮ ਬਣਾ ਕੇ ਦੇਣਗੇ, ਕਿਉਂਕਿ ਉਹਨਾਂ ਦੇ ਮਸ਼ਹੂਰੀਆਂ ਦੇਣੀਆਂ ਹੁੰਦੀਆਂ ਨੇ, ਪੈਸੇ ਕਮਾਣੇ ਹੁੰਦੇ ਨੇ। ਤਾਂ ਪੰਜਾਬੀ ਦੀ ਵਰਤੋਂ ਕਰਨਾ ਜਿਹੜਾ ਇਹ ਬਹੁਤ ਜ਼ਰੂਰੀ ਹੈ। ਗੱਲ ਹੀ ਪੰਜਾਬੀ 'ਚ ਹੋ ਸਕਦੀ ਹੈ। ਮੈਂ ਕਈ ਵਾਰੀ ਵੇਖਣਾ, ਕਈ ਵਾਰੀ ਇੱਕ ਵਾਰੀ ਮੈਂ ਇੱਕ ਕਲੱਬ ਦੇ ਵਿੱਚ ਇੱਕ ਸਮਾਗਮ 'ਚ ਗਿਆ, ਤੇ ਉੱਥੇ ਉਹ ਬੰਦਾ ਜਿਹੜਾ ਅੰਗਰੇਜ਼ੀ 'ਚ ਬੋਲੀ ਜਾਏ, ਉਹ ਜਿਹੜੇ ਆਉਣ ਉਹਨਾਂ ਨੇ ਵੀ ਆਖਿਆ ਤੁਸੀਂ ਅੰਗਰੇਜ਼ੀ 'ਚ ਬੋਲੋ। ਤੇ ਮੈਂ ਵੇਖਿਆ ਵੀ ਜਿਵੇਂ ਉਹ ਬੰਦੇ ਆਪਣਾ ਜਲੂਸ ਆਪ ਕੱਢ ਗਏ ਨੇ, ਉਹਨਾਂ ਦਾ ਕੋਈ ਨਹੀਂ ਕੱਢਦੇ ਸਨ, ਪਰ ਕੋਈ ਨਹੀਂ ਸੀ ਕਰ ਸਕਦਾ, ਨਾ ਤੇ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ, ਨਾ ਗੱਲ ਹੋ ਸਕਦੀ। ਮੈਂ ਸਾਰੀ ਜ਼ਿੰਦਗੀ ਸਮਝੋ ਸਹੀ ਮਾਇਨਿਆਂ ਦੇ ਵਿੱਚ ਮੇਰੇ ਕੋਲ 40 ਸਾਲ ਅੰਗਰੇਜ਼ੀ 'ਚ ਹੀ ਲੰਘ ਗਏ ਨੇ। ਮੈਂ ਬਾਹਰ ਵਲੈਤ 'ਚ ਪੜ੍ਹ ਕੇ ਆਇਆ, ਹਾਲੇ ਵੀ ਜੇ ਮੈਨੂੰ ਅੰਗਰੇਜ਼ੀ 'ਚ ਬੋਲਣਾ ਪੈ ਜਾਏ ਤੇ ਮੇਰੇ ਤੋਂ ਸਹਿਜ ਨਾਲ ਉਸ ਤਰ੍ਹਾਂ ਚੰਗੀ ਤਰ੍ਹਾਂ ਗੱਲ ਨਹੀਂ ਹੁੰਦੀ। ਮੈਂ ਇੰਨੀ ਪੜ੍ਹਾਈ ਅੰਗਰੇਜ਼ੀ 'ਚ ਕੀਤੀ ਹੈ, ਬਾਹਰ ਰਹਿ ਕੇ ਆਇਆ, ਗੱਲ ਹੀ ਨਹੀਂ ਹੋ ਸਕਦੀ। ਕੰਮ ਕਿਵੇਂ ਹੋ ਸਕਦਾ? ਤੁਸੀਂ ਵੇਖੋ ਸਾਡੇ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਕਈ ਵਾਰੀ ਸਾਡਾ ਥਾਣਾ ਹੈ, ਥਾਣੇ ਦੇ ਵਿੱਚ ਤੁਸੀਂ ਕਿਰਾਏਦਾਰ ਦੀ ਜਾਣਕਾਰੀ ਦੇਣੀ ਹੈ, ਉਹ ਅੰਗਰੇਜ਼ੀ ਫਾਰਮ ਹੈ। ਮੈਂ ਆਪਣੇ SSP ਨੂੰ ਉਹਦਾ ਪੰਜਾਬੀ 'ਚ ਅਨੁਵਾਦ ਕਰਕੇ ਵੀ ਭੇਜਿਆ, ਭਈ ਇਹ ਤੇ ਆਮ ਬੰਦਿਆਂ ਦੇ ਭਰਨਾ ਹੁੰਦਾ, ਪਿੰਡ ਵਾਲੇ ਨੂੰ ਮੇਰੇ ਜਿੰਨੀ ਮੈਨੂੰ ਔਖਾ ਹੋਇਆ ਪਿਆ ਫਰਕ ਭਰਨਾ, ਤਾਂ ਦੂਜਿਆਂ ਨੂੰ ਕਿਵੇਂ ਭਰਿਆ ਜਾਏਗਾ? ਤੇ ਇਹਨੂੰ ਤੁਸੀਂ ਪੰਜਾਬੀ ਦਿਆ ਕਰੋ। ਤਾਂ ਸਾਡਾ ਕੰਮ ਕਾਰ ਕਿਵੇਂ ਚੱਲੇਗਾ? ਮਤਲਬ ਕੰਮ ਹੋ ਹੀ ਨਹੀਂ ਸਕਦਾ। ਜੇ ਕੰਮ ਹੀ ਸਾਡਾ ਠੀਕ ਨਹੀਂ ਹੋ ਸਕਦਾ ਤੇ ਫਿਰ ਕਿਵੇਂ ਅਸੀਂ ਅੱਗੇ ਵੱਧ ਪਾਵਾਂਗੇ? ਤੇ ਇਸ ਕਰਕੇ ਜਿਹੜਾ ਮਾਮਲਾ ਭਾਸ਼ਾ ਦਾ ਹੈ ਇਹ ਬੜਾ ਸਿੱਧਾ ਜਾਣੀ ਆਪਾਂ ਸਮਝਣਾ ਕੋਈ ਨਹੀਂ, ਗੱਲ ਹੀ ਕਰਨੀ, ਭਾਵੇਂ ਅੰਗਰੇਜ਼ੀ ਕਰ ਲਓ, ਪੰਜਾਬੀ ਕਰ ਲਓ, ਇੰਝ ਨਹੀਂ ਹੈ। ਇਹ ਬਹੁਤ ਹੀ ਭਾਸ਼ਾ ਜਿਹੜੀ ਹੈ ਇਹ ਬੜਾ ਮਨੁੱਖ ਹੈ ਹੀ ਭਾਸ਼ਾ ਦਾ। ਭਾਸ਼ਾ ਬਗੈਰ ਮਨੁੱਖ ਹੈ ਹੀ ਨਹੀਂ। ਜਿਹੜਾ ਮਨੁੱਖ ਦਾ ਆਧਾਰ ਹੈ, ਜਿਹੜੀ ਚੀਜ਼ ਦੂਜਿਆਂ ਜੀਵਾਂ ਨਾਲੋਂ ਸਾਨੂੰ ਵੱਖ ਕਰਦੀ ਹੈ, ਬੰਦੇ ਦਾ ਦਿਮਾਗ। ਜੀਵ ਵਿਗਿਆਨੀ ਦੱਸਦੇ ਨੇ ਕਿ ਭਾਸ਼ਾ ਪਹਿਲਾਂ ਆਈ ਤੇ ਦਿਮਾਗ ਦਾ ਵਿਕਾਸ ਬਾਅਦ 'ਚ ਹੋਇਆ, ਉਲਟਾ ਨਹੀਂ ਹੈ। ਕਿਉਂਕਿ ਭਾਸ਼ਾ ਨਾਂ ਦਾ ਇੱਕ ਮਾਧਿਅਮ ਬੰਦੇ ਕੋਲ ਆ ਗਿਆ, ਜਿਹਦੇ ਨਾਲ ਉਹ ਆਪਣੀਆਂ ਤਜਰਬੇ ਸਾਂਝੇ ਕਰ ਸਕਦਾ ਸੀ, ਆਪਣੀਆਂ ਯਾਦਾਂ ਨੂੰ ਦਿਮਾਗ 'ਚ ਟਿਕਾ ਸਕਦਾ ਸੀ। ਤੇ ਗਿਆਨ ਕੀ ਹੁੰਦਾ? ਯਾਦਾਂ ਹੀ ਹੁੰਦੀਆਂ ਨੇ। ਪਿਛਲੀ ਪੀੜ੍ਹੀ ਦਾ ਜਿਹੜਾ ਗਿਆਨ ਹੈ ਉਹ ਸਾਡੇ ਕੋਲ ਭਾਸ਼ਾ ਨਹੀਂ ਪਹੁੰਚਦਾ, ਉਹ ਸਾਡੀਆਂ ਯਾਦਾਂ ਨੇ, ਉਹ ਗਿਆਨ ਹੈ। ਤੇ ਉਹਨੂੰ ਲੈ ਕੇ ਅਸੀਂ ਹੋਰ ਨਵਾਂ ਉਹਦੇ ਜੋੜਦੇ ਹਾਂ, ਥੋੜ੍ਹਾ ਬਹੁਤ ਅੱਗੇ ਵੱਧਦੇ ਹਾਂ। ਤਾਂ ਭਾਸ਼ਾ ਦਾ ਮਾਮਲਾ ਬਹੁਤ ਹੀ ਗੰਭੀਰ ਮਾਮਲਾ ਹੈ। ਜੇ ਦੁਨੀਆ ਦੇ ਇਤਿਹਾਸ ਤੇ ਤੁਸੀਂ ਝਾਤੀ ਮਾਰੋ, ਜਿਹੜੀ ਭਾਰਤ ਦੇ ਵਿੱਚ ਗੱਲ ਅੱਜ ਕੱਲ੍ਹ ਬਹੁਤ ਸ਼ਰਾਰਤੀਪੂਰਨ ਢੰਗ ਨਾਲ ਮੰਤਰੀ ਤੱਕ ਕਹਿ ਦਿੰਦੇ ਨੇ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ, ਇਹ ਗੈਰ ਸੰਵਿਧਾਨਕ ਬਿਆਨ ਹੈ। ਉਹਦਾ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਜਿਹੜਾ ਇਹੋ ਜਿਹਾ ਬਿਆਨ ਦਿੰਦਾ, ਕਿਉਂਕਿ ਸੰਵਿਧਾਨ ਦੇ ਵਿੱਚ ਕੋਈ ਵੀ ਰਾਸ਼ਟਰ ਭਾਸ਼ਾ ਨਹੀਂ ਹੈ। ਇਹੋ ਜਿਹੀ ਗੱਲ ਜਿਹੜੀ ਸਾਡੇ ਤੇ ਗੁਆਂਢ 'ਚ ਹੋਈ ਸੀ ਪਾਕਿਸਤਾਨ 'ਚ, ਤੁਹਾਡੇ ਸਾਹਮਣੇ ਕਿ ਬੰਗਲਾਦੇਸ਼ ਬਣ ਗਿਆ ਸੀ। ਔਰ ਅੱਜ ਵੀ ਪਾਕਿਸਤਾਨ ਦੇ ਵਿੱਚ ਅਸੀਂ ਕਿੰਨੇ ਬਲੋਚਾਂ ਦੇ, ਪੰਜਾਬੀਆਂ ਦੇ, ਸਿੰਧੀਆਂ ਦੇ, ਪਸ਼ਤੂਨਾਂ ਦੇ ਉਹਨਾਂ ਟਕਰਾਵਾਂ ਦੀ ਅਸੀਂ ਕਿੰਨੀ ਗੱਲ ਕਰਦੇ ਹਾਂ। ਆਪਾਂ ਵੀ ਉਹਨਾਂ ਵਰਗੇ ਹੀ ਹਾਂ, ਅਸੀਂ ਇੱਕੋ ਦੇਸ਼ ਹਾਂ। ਸਾਡੀ ਜਿਹੜੀ ਬਣਤਰ ਹੈ ਸਾਡੇ ਸਮਾਜ ਦੀ, ਸਾਡੇ ਰਾਜਸੀ ਭੂਗੋਲਿਕ ਬਣਤਰ ਸਾਡੇ ਦੱਖਣੀ ਏਸ਼ੀਆ ਦੀ ਇੱਕੋ ਜਿਹੀ ਹੈ। ਤਾਂ ਜਿਹੜੀਆਂ ਸਮੱਸਿਆਵਾਂ ਅਸੀਂ ਥੋੜ੍ਹੇ ਠੀਕ ਕੀਤਾ, ਸੰਵਿਧਾਨ ਜ਼ਿਆਦਾ ਫੈਡਰਲ ਬਣਾ ਲਿਆ, ਇੱਥੇ ਸਾਡੀ ਸੰਸਦੀ ਲੋਕਤੰਤਰ ਥੋੜ੍ਹੇ ਪੈਰ ਲੱਗ ਗਏ ਉਹਦੇ, ਇਸ ਕਰਕੇ ਸਾਨੂੰ ਉਹ ਮਸਲੇ ਖੜੇ ਨਹੀਂ ਹੋਏ। ਪਰ ਹੁਣ ਜਿਹੜੇ ਪਾਸੇ ਨੂੰ ਹੁਣ ਭਾਰਤ ਟੁਰਿਆ ਹੈ, ਭਾਰਤ ਦਾ ਕੇਂਦਰ ਦੀ ਸਰਕਾਰ ਟੁਰੀ ਹੈ, ਇਹ ਤੇ ਇੰਝ ਜਿਵੇਂ ਜੋ 47 'ਚ ਪਾਕਿਸਤਾਨ ਨੇ ਸ਼ੁਰੂ ਕੀਤਾ ਸੀ। ਤਾਂ ਜੋ ਉਹਨਾਂ ਨੇ ਕੀਤਾ ਸੀ ਉਹਦੇ ਨਤੀਜੇ ਸਾਡੇ ਸਾਹਮਣੇ ਨੇ, ਕਿਵੇਂ ਉੱਥੇ ਲੜਾਈਆਂ ਝਗੜੇ ਆਪਸ ਦੇ ਵਿੱਚ ਪਏ ਹੋਏ ਨੇ। ਤਾਂ ਇਸ ਕਰਕੇ ਆਪਾਂ ਉਹਨਾਂ ਵਾਲਾ ਕੰਮ ਸ਼ੁਰੂ ਨਾ ਕਰੀਏ ਜਿਹੜਾ ਸਾਡੇ ਆਜ਼ਾਦੀ ਦੇ ਗੁਲਾਟੀਆਂ ਨੇ ਸਾਨੂੰ ਸਮਝ ਦਿੱਤੀ ਸੀ। ਔਰ ਉਹ ਮੈਂ ਕਹਿੰਦਾ ਕਿ ਉਹਦੇ ਵਿੱਚ ਵੀ ਜਿਹੜੀਆਂ ਸੌ ਘਾਟਾਂ ਹਨ ਉਹਨੂੰ ਹੋਰ ਅੱਗੇ ਲੈ ਕੇ ਜਾਈਏ। ਜਿਹੜਾ ਸਾਡਾ ਸੰਘੀ ਬਣਤਰ ਹੈ, ਬਹੁ ਕੌਮੀ ਬਣਤਰ ਹੈ, ਉਹਨੂੰ ਹੋਰ ਮਜ਼ਬੂਤ ਕਰੀਏ, ਉਹਨੂੰ ਹੋਰ ਕਰੀਏ, ਤਾਂ ਕਿ ਸਾਡੀ ਸਾਰੀ ਜਿਹੜੀ ਲੋਕਾਂ ਦੀ ਊਰਜਾ ਹੈ ਉਹ ਸਾਡੇ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ, ਤੇ ਹੋਰ ਫਜ਼ੂਲ ਦੀ ਜਿਹੜੀ ਹੈ ਮਸਲੇ ਨਾ ਉੱਠਣ, ਪਰ ਉਹਦੇ ਸਾਡੀ ਊਰਜਾ ਨਾ ਲੱਗੇ। ਬਿਲਕੁਲ ਬਿਲकुल, ਸ਼ੁਕਰੀਆ, ਧੰਨਵਾਦ ਤੁਹਾਡਾ ਪ੍ਰੋਫੈਸਰ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੌਕਾ ਦਿੱਤਾ ਗੱਲਾਂ ਸਾਂਝੀਆਂ ਕਰਨ ਦਾ। ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੋਈ ਤਲਖ ਸ਼ਬਦ ਬੋਲਿਆ ਗਿਆ ਹੋਇਆ ਤਾਂ ਮਾਫ ਕਰਨਾ ਜੀ। ਜੀ, ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਜੋਗਾ ਸਿੰਘ ਵਿਰਕ। ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣਦੀ ਹੈ, ਪ੍ਰਸ਼ਾਸਨਿਕ ਅਮਲੇ ਦੀ ਬਣਦੀ ਹੈ, ਸਰਕਾਰਾਂ ਦੀ ਬਣਦੀ ਹੈ, ਪਰਿਵਾਰਾਂ ਦੀ ਬਣਦੀ ਹੈ, ਮਾਪਿਆਂ ਦੀ ਬਣਦੀ ਹੈ, ਬੱਚਿਆਂ ਦੀ ਬਣਦੀ ਹੈ, ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਜਦੋਂ ਕਿਸੇ ਦੇ ਉੱਤੇ ਤੋਹਮਤ ਲਾਉਂਦੇ ਹਾਂ ਤਾਂ ਸਾਨੂੰ ਆਪਣੇ ਵੱਲ ਵੇਖਣਾ ਪੈਣਾ ਕਿ ਅਸੀਂ ਮਾਂ ਬੋਲੀ ਪੰਜਾਬੀ ਨੂੰ ਲੈ ਕੇ, ਉਹਨੂੰ ਆਪਣੇ ਪਰਿਵਾਰਾਂ ਦੇ ਵਿੱਚ ਉਹਦੇ ਫੈਲਾਅ ਨੂੰ ਲੈ ਕੇ ਕਿੰਨਾ ਕੁ ਕੰਮ ਕੀਤਾ, ਕਿੰਨੇ ਕੁ ਅਸੀਂ ਸੰਜੀਦਾ ਆ। ਇਹ ਸਾਰੇ ਸਵਾਲ ਨੇ ਜਿਹੜੇ ਸਾਨੂੰ ਆਪਣੇ ਆਪ ਨੂੰ ਵੀ ਪੁੱਛਣੇ ਪੈਣਗੇ। ਉਸ ਤੋਂ ਬਾਅਦ ਅਸੀਂ ਸਰਕਾਰ ਤੋਂ ਵੀ ਪੁੱਛਾਂਗੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।